ਵਾਹਿਗੁਰੂ ਸਾਹਿਬ ਜੀ। ਸੁਨੋ ਬੇਨੰਤੀਆ, ਸੁਆਮੀ ਮੇਰੇ ਰਾਮ, ਕੋਟ ਅਪਰਾਧ ਭਰੇ, ਭੀ ਤੇਰੇ ਚੇਰੇ ਰਾਮ। ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਓ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨੋ ਬਿਰਦ ਰਖਾਵ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਰਾਖੋ ਰਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸਨਮਾਨ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਰੂਪ ਸਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹੋ, ਸਾਹਿਬ ਨਸੀਬ ਹੋ, ਉੱਤਮ ਕਰਮਾਂ ਵਾਲੇ ਹੋ। ਬੜੇ ਪਿਆਰ ਸਤਿਕਾਰ ਅਦਬ ਸਹਿਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਲਾਸਾਨੀ ਅਦੁੱਤੀ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਸੁਖਦਾਈ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਜੁੜ ਮਿਲ ਬੈਠ ਕੇ ਗੁਰੂ ਸ਼ਬਦ ਦਾ ਰਸ ਮਾਣ ਰਹੇ ਹੋ। ਲੜੀਵਾਰ ਚੱਲ ਰਹੀ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਵਿੱਚ ਅੱਜ ਦਾ ਪਵਿੱਤਰ ਸ਼ਬਦ ਆਪ ਜੀ ਨੇ ਭਾਈ ਹਰਨਾਮ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਤਿੰਨਾਂ ਪਾਸੋਂ ਸਰਵਣ ਕੀਤਾ। ਵਿਚਾਰ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ਿਸ਼ ਕੀਤੀ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਮਹਾਨ ਮਿਹਰਾਮਤ ਕੀਤੀ ਹੈ। ਅੱਜ ਦੇ ਪਾਵਨ ਬਚਨਾਂ ਵਿੱਚ ਸਾਹਿਬ ਜੀ ਨੇ ਜੀਵਨ ਦੀ ਤੇ ਮੌਤ ਦੀ ਗੱਲ ਸਾਨੂੰ ਸਮਝਾਈ ਹੈ। ਜੋ ਜੀਵਨ ਅਸੀਂ ਸਮਝਦੇ ਹਾਂ ਉਹ ਜੀਵਨ ਅਸਲ ਜੀਵਨ ਨਹੀਂ। ਜਿਹੜੀ ਮੌਤ ਆਪਾਂ ਸਮਝਦੇ ਹਾਂ ਉਹ ਮੌਤ ਵੀ ਅਸਲ ਮੌਤ ਨਹੀਂ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕਿਰਪਾ ਕੀਤੀ ਹੈ। 52 ਅੱਖਰੀ ਦੇ ਸਿਰਲੇਖ ਹੇਠ ਦਿਆਲੂ, ਕਿਰਪਾਲੂ, ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਮੁਖਾਰ ਬਿੰਦ ਤੋਂ ਉਚਾਰਨ ਹੋਏ ਮਹਿਮਾਮਈ ਬੋਲਾਂ ਵਿੱਚ ਪਾਤਸ਼ਾਹ ਜੀ ਨੇ ਸਾਨੂੰ
ਇਸ ਪੱਖ ਬਾਰੇ ਚੰਗੀ ਤਰ੍ਹਾਂ ਸਮਝਾਇਆ, ਜਿਸ ਪੱਖ ਤੋਂ ਜਾਂ ਆਪਾਂ ਅਣਜਾਣ ਰਹਿੰਦੇ ਹਾਂ, ਜਾਂ ਇਹਨੂੰ ਸਮਝਣਾ ਹੀ ਨਹੀਂ ਚਾਹੁੰਦੇ, ਇਹਦਾ ਜ਼ਿਕਰ ਹੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਮੌਤ ਦਾ ਜ਼ਿਕਰ ਹਮੇਸ਼ਾ ਸਾਨੂੰ ਡਰਾਉਂਦਾ ਹੈ। ਮੌਤ ਦਾ ਜ਼ਿਕਰ ਸਾਨੂੰ ਨਿਰਾਸ਼ਾ ਨਾਲ ਭਰ ਦਿੰਦਾ ਹੈ। ਇਸ ਵਾਸਤੇ ਇਸ ਖਿਆਲ ਤੋਂ ਹਮੇਸ਼ਾ ਬਚਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਹੈ, ਸਾਨੂੰ ਸਮਝਾਇਆ, ਦੱਸਿਆ ਕਿ ਜੇ ਤੂੰ ਮੌਤ ਦੇ ਖਿਆਲ ਤੋਂ ਡਰੇਂਗਾ ਤੇ ਤੂੰ ਫਿਰ ਇਹਦੇ ਤੋਂ ਪਾਰ ਕਿਵੇਂ ਪਾਏਂਗਾ, ਇਹਨੂੰ ਜਿੱਤੇਂਗਾ ਕਿਵੇਂ। ਇਸ ਲਈ ਇਹਦੇ ਤੋਂ ਡਰ ਕੇ ਇਹਦੀ ਚਰਚਾ ਨਾ ਬੰਦ ਕਰ, ਬਲਕਿ ਇਹਨੂੰ ਗਹਿਰਾਈ ਤੋਂ ਸਮਝਣ ਵਾਸਤੇ ਇਹਦਾ ਵਾਰ-ਵਾਰ ਜ਼ਿਕਰ ਕਰ। ਧਰਮ ਦੀ ਦੁਨੀਆ ਵਿੱਚ ਉਹ ਲੋਕ ਮੰਜ਼ਿਲ ਤੇ ਪਹੁੰਚ ਗਏ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਤੋਂ ਪਹਿਲਾਂ ਮੌਤ ਨੂੰ ਜਾਣਿਆ ਤੇ ਮੌਤ ਨੂੰ ਸਮਝਿਆ, ਮੌਤ ਨੂੰ ਚੇਤੇ ਰੱਖਿਆ। ਬਾਬਾ ਬੁੱਢਾ ਜੀ ਦਾ ਜੀਵਨ ਆਪ ਸਾਰਿਆਂ ਨੇ ਪੜ੍ਹਿਆ ਸੁਣਿਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਪਹਿਲੀ ਮੁਲਾਕਾਤ ਤੇ ਜ਼ਿਕਰ ਕੀਤਾ ਸੀ, ਬਾਬਾ ਮੈਨੂੰ ਮੌਤ ਦਾ ਡਰ ਲੱਗਦਾ ਹੈ, ਕਿ ਮੈਂ ਇਸ ਡਰ ਤੋਂ ਪਾਰ ਪਾ ਸਕਦਾ ਹਾਂ। ਤੁਸੀਂ ਮੈਨੂੰ ਇਸ ਭੈ ਤੋਂ, ਇਸ ਡਰ ਤੋਂ ਬਚਾ ਸਕਦੇ ਹੋ। ਤੇ ਪਾਤਸ਼ਾਹ ਜੀ ਨੇ ਕਿਹਾ ਵੀ ਇੰਨੀ ਛੋਟੀ ਉਮਰੇ ਜਿੱਥੇ ਬੱਚੇ ਖੇਡਣ ਦੀ ਗੱਲ ਕਰਦੇ ਨੇ, ਖਾਣ ਪੀਣ ਦੁਨਿਆਵੀ ਸੁੱਖਾਂ ਵਿੱਚ ਜਿਉਣਾ ਤੇ ਰਹਿਣਾ ਚਾਹੁੰਦੇ ਨੇ, ਜਿੱਥੇ ਅਜੇ ਜਵਾਨੀ ਨੇ ਸਿਰਫ ਪੈਰ ਰੱਖਿਆ ਹੈ, ਉਸ ਅਵਸਥਾ ਵਿੱਚ ਤੂੰ ਮੌਤ ਦਾ ਜ਼ਿਕਰ ਕਰ ਰਿਹਾ। ਤੇਰਾ ਨਾਂ ਕੀ? ਮਹਾਰਾਜ ਮੇਰਾ ਨਾਮ ਬੂੜਾ। ਸਤਿਗੁਰੂ ਜੀ ਨੇ ਕਿਹਾ ਤੇਰਾ ਨਾਮ ਬੂੜਾ, ਪਰ ਤੂੰ ਬੂੜਾ ਨਹੀਂ, ਤੂੰ ਬੁੱਢਾ ਹੈ। 12 ਸਾਲ ਦੀ ਉਮਰ 'ਚ ਨਾਮ ਬੁੱਢਾ ਕਿਉਂ? ਤੂੰ ਮੌਤ ਦੀ ਗੱਲ ਕੀਤੀ ਹੈ। ਤੇ ਜਿਹਨੇ ਮੌਤ ਦੀ ਗੱਲ ਕੀਤੀ, ਮੌਤ ਨੂੰ ਸਮਝਿਆ, ਜਾਣਿਆ, ਉਹਦੀ ਗਹਿਰਾਈ ਤੱਕ ਗਏ। ਇੱਥੋਂ ਫਿਰ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਤੇ ਫਿਰ ਬਾਬਾ ਬੁੱਢਾ ਜੀ ਜਿਸ ਮੰਜ਼ਿਲ ਤੇ ਪਹੁੰਚੇ, ਗੁਰਸਿੱਖੀ ਦੇ ਧਰੂ ਤਾਰੇ ਬਣ ਗਏ। ਸ਼ੁਰੂਆਤ ਕਿੱਥੋਂ ਹੋਈ? ਮੌਤ ਤੋਂ। ਇਹ ਮੌਤ ਧਰਮ ਦੀ ਦੁਨੀਆ ਦਾ ਉਹ ਖਿਆਲ ਹੈ ਜਿਹੜਾ ਹਰ ਵੇਲੇ ਮਨੁੱਖ ਨੂੰ ਪਾਪਾਂ ਤੋਂ, ਬੁਰਾਈਆਂ ਤੋਂ ਬਚਾ ਕੇ ਰੱਖਦਾ ਹੈ। ਮੌਤ ਇੱਕ ਉਹ ਖਿਆਲ ਹੈ ਜਿਹੜਾ ਵਾਰ-ਵਾਰ ਪਰਮਾਤਮਾ ਦੇ ਨਾਮ ਨੂੰ ਯਾਦ ਕਰਵਾਉਂਦਾ ਹੈ। ਹੋਰ ਖਿਆਲ ਆਉਣਗੇ, ਪਰਮਾਤਮਾ ਵਿਸਰੇਗਾ। ਧਨ ਦਾ, ਮਾਇਆ ਦਾ, ਪਦਾਰਥਾਂ ਦਾ, ਪਦਵੀਆਂ ਦਾ, ਅਹੁਦਿਆਂ ਦਾ ਇਹ ਖਿਆਲ ਆਏਗਾ। ਕਿਤੇ ਮਨੁੱਖ ਹੰਕਾਰ ਵਿੱਚ ਭਰ ਜਾਏਗਾ, ਕਿਤੇ ਮੋਹ ਵਿੱਚ ਗਰਸ ਜਾਏਗਾ। ਪਰ ਜਿਵੇਂ ਇਹਨੂੰ ਮੌਤ ਦਾ ਖਿਆਲ ਆਏਗਾ, ਮੌਤ ਦਾ ਖਿਆਲ ਇਹਨੂੰ ਵਾਹਿਗੁਰੂ ਦੀ ਯਾਦ ਦਿਵਾਏਗਾ। ਮੌਤ ਦਾ ਖਿਆਲ ਹੀ ਹੈ ਜੋ ਸਾਨੂੰ ਪਰਮਾਤਮਾ ਚੇਤੇ ਕਰਵਾਉਂਦਾ ਹੈ। ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸ਼ਲੋਕ ngਣ ਘਾਲੇ ਸਭ ਦਿਵਸ ਸਾਸ ਨ ਵੱਢਣ ਘਟਨ ਤਿਲ ਸਾਰ। ਗੰਗੇ ਅੱਖਰ ਦੇ ਨਾਲ ਸਤਿਗੁਰੂ ਜੀ ਨੇ ਸ਼ਲੋਕ ਤੇ ਪੌੜੀ ਦੀ ਬਖਸ਼ਿਸ਼ ਕੀਤੀ ਹੈ। ngਣ ਘਾਲੇ ਸਭ ਦਿਵਸ ਸਾਸ। ਸਾਹਿਬ ਜੀ ਨੇ ਹਰ ਇੱਕ ਬਸ਼ਰ ਨੂੰ, ਹਰ ਇੱਕ ਜੀਵ ਨੂੰ ਦੁਨੀਆ ਤੇ ਭੇਜਿਆ। ਉਹਨੂੰ ਗਿਣਤੀ ਮਿਣਤੀ ਦਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਆ। ਮਿੱਤ ਤੋਂ ਬਾਹਰ ਨਹੀਂ, ਗਿਣਤੀ ਮਿਣਤੀ ਤੋਂ ਬਾਹਰ ਨਹੀਂ, ਅਨਲਿਮਿਟਿਡ ਨਹੀਂ, ਲਿਮਿਟਿਡ ਸਮਾਂ। ਸਮਾਂ ਤੇ ਸਵਾਸ
ਮਹਾਰਾਜ ਜੀ ਨੇ ਗਿਣਤੀ ਦੇ ਦਿੱਤੇ, ਗਿਣਤੀ ਦੇ ਇੰਨੇ ਤੇਰੇ ਸਵਾਸ ਨੇ। ਔਰ ਜਿੰਨੇ ਪਰਮਾਤਮਾ ਨੇ ਦਿੱਤੇ ਨੇ ਉਹਨਾਂ ਸਵਾਸਾਂ ਚੋਂ, ਉਹਨਾਂ ਦਿਨਾਂ ਚੋਂ ਇੰਨੇ ਸਵਾਸ ਇੰਨੇ ਦਿਨਾਂ ਵਿੱਚ ਆਉਣੇ ਨੇ। ਨਹਿ ਵੱਢਣ ਘਟਨ ਤਿਲ ਸਾਰ, ਇੱਕ ਤਿਲ ਮਾਤਰ ਵੀ ਉਹਦੇ ਚੋਂ ਕੋਈ ਵਧਾ ਨਹੀਂ ਸਕਦਾ, ਉਹਦੇ ਚੋਂ ਕੋਈ ਘਟਾ ਨਹੀਂ ਸਕਦਾ, ਉਹਨੇ ਨੇ। ਹੁਣ ਇਹ ਜੀਵਨ ਦੀ ਸੱਚਾਈ ਹੈ ਕਿ ਇਹ ਸਵਾਸ ਤੇ ਦਿਨ ਮਾਤਾ ਦੇ ਗਰਭ ਵਿੱਚ ਕਈਆਂ ਦੇ ਪੂਰੇ ਹੋ ਜਾਂਦੇ ਨੇ, ਸਵਾਸ ਅਜੇ ਸ਼ੁਰੂ ਵੀ ਨਹੀਂ ਹੁੰਦੇ, ਤੁਰ ਪੈਂਦਾ ਹੈ। ਕਈ ਜਨਮ ਲੈਣ ਸਮੇਂ, ਕਈ ਥੋੜਾ ਸਮਾਂ ਬਾਅਦ, ਕੋਈ ਸਾਲ 2 ਸਾਲ ਬਾਅਦ, ਕੋਈ ਛੋਟੀ ਉਮਰੇ, ਕੋਈ ਜਵਾਨੀ 'ਚ, ਕੋਈ ਬੁਢੇਪੇ 'ਚ, ਕਦੋਂ ਵੀ ਤੁਰ ਜਾਂਦਾ ਹੈ। ਇਹ ਜੀਵਨ ਦੀ ਸੱਚਾਈ ਆਪਾਂ ਵੇਖਦੇ ਹਾਂ। ਕੋਈ ਵੀ ਬੰਦਾ ਇਸ ਗੱਲ ਤੋਂ ਅਣਜਾਣ ਨਹੀਂ ਹੈ। ਇੰਨੀ ਲੋਇਣੀ ਦੇਖਦੇ ਹਾਂ, ਕੀਤੀ ਚੱਲ ਗਈ। ਆਪਾਂ ਵੇਖਿਆ ਦੁਨੀਆ 'ਚ ਲੋਕਾਂ ਨੂੰ ਜਾਂਦੇ ਆ, ਤੇ ਜੇ ਲੋਕਾਂ ਨੂੰ ਜਾਂਦਿਆਂ ਵੇਖਿਆ ਤੇ ਇੱਥੇ ਸੱਚ ਹੈ, ਪਰ ਉਸੇ ਕਿ ਜੋ ਹੁਆ ਤੂੰ ਆਪਣੇ ਪੀ ਜਾਨ। ਉਹ ਇੱਕ ਦਿਨ ਵਾਰੀ ਮੇਰੀ ਵੀ ਆਉਣੀ ਹੈ। ਵਾਰੀ ਆਪੋ ਆਪਣੀ ਦਾ ਜ਼ਿਕਰ ਹੈ, ਮੇਰੀ ਵਾਰੀ ਵੀ ਆਉਣੀ ਹੈ। ਔਰ ਉਹ ਵਾਰੀ ਆਉਣ ਨੂੰ ਦਿਨ ਬ ਦਿਨ, ਦਿਨ ਬ ਦਿਨ ਸਮਾਂ ਸਾਡੇ ਤੇ ਮੌਤ ਦੇ ਵਿਚਕਾਰ ਜੋ ਦਰਮਿਆਨ ਸਮਾਂ ਉਹ ਘਟਦਾ ਜਾ ਰਿਹਾ ਹੈ। ਰਾਤ ਗੁਜ਼ਰੀ ਹੈ ਨਾ, ਅੱਜ ਸਵੇਰ ਹੋ ਗਈ ਤੇ ਆਪਾਂ ਆਏ ਹਾਂ। ਰਾਤ ਹੀ ਨਹੀਂ ਗੁਜ਼ਰੀ, ਇਹਦੇ ਨਾਲ ਬੜਾ ਕੁਝ ਗੁਜ਼ਰਿਆ। ਅੱਜ ਦੀ ਗੁਜ਼ਰੀ ਹੋਈ ਰਾਤ ਨੇ ਮੇਰੇ ਤੇ ਮੌਤ ਦੇ ਵਿਚਾਲੇ ਦੇ ਫਰਕ ਨੂੰ ਇੱਕ ਰਾਤ ਹੋਰ ਘਟਾ ਦਿੱਤਾ ਹੈ। ਦਿਨ ਚੜ੍ਹਿਆ ਹੈ, ਇਹ ਦਿਨ ਹੀ ਨਹੀਂ ਚੜ੍ਹਿਆ, ਨਵਾਂ ਜੀਵਨ ਮਿਲਿਆ। ਔਰ ਅੱਜ ਦੇ ਦਿਨ ਨੇ ਆਪਣੇ ਤੇ ਮੌਤ ਦੇ ਵਿਚਾਲੇ ਜੋ ਗੈਪ ਹੈ, ਜੋ ਫਰਕ ਹੈ, ਜੋ ਸਮੇਂ ਦੀ ਦੂਰੀ ਹੈ, ਉਹਨੂੰ ਘਟਾ ਦੇਣਾ। ਤੇ ਦਿਨ ਬ ਦਿਨ ਇਸੇ ਤਰ੍ਹਾਂ ਚੱਲਦਿਆਂ 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 ਇੱਕ ਦਿਨ ਹੋ ਜਾਣਾ, 100 ਦਿਨ ਆਵਨ ਲਾਗਾ। ਉਹ ਦਿਨ ਆ ਜਾਣਾ, ਉਹ ਦਿਨ ਆ ਜਾਣਾ। ਹੁਣ ਇਹ ਤੇ ਸੱਚਾਈ ਹੈ, ਨਾ ਇਹਨੂੰ ਕੋਈ ਝੁਠਲਾ ਸਕਦਾ ਹੈ, ਨਾ ਇਹਨੂੰ ਕੋਈ ਬਦਲ ਸਕਦਾ ਹੈ। ਔਰ ਇਹਦੇ ਵਿੱਚ ਜ਼ਿਆਦਾ ਤੇ ਕੀਮਤ ਕਹਿੰਦੇ ਇੱਕ ਤਿਲ ਜਿੰਨਾ ਵੀ ਕੋਈ ਹੇਰ ਫੇਰ ਨਹੀਂ ਹੋ ਸਕਦਾ। ਕਾਰਨ ਕੋਈ ਬਣੇ, ਤਰੀਕਾ ਕੋਈ ਹੋਵੇ, ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ। ਕਾਰਨ ਕੋਈ ਵੀ ਹੋ ਸਕਦਾ ਹੈ, ਪਰ ਸੱਚ ਇਹ ਹੈ ਵੀ ਉਹਦੇ 'ਚ ਕੋਈ ਵਾਧਾ ਘਾਟਾ ਨਹੀਂ ਹੋਣਾ। ਨਾ ਵੱਢਣ ਨਾ ਵਧੇਗਾ, ਘਟਣ ਨਾ ਘਟੇਗਾ, ਤਿਲਸਾਰ। ਹੁਣ ਇਸ ਸੱਚਾਈ ਦੇ ਵਿਪਰੀਤ ਜਾ ਕੇ, ਇਹਦੇ ਉਲਟ ਜਾ ਕੇ ਮਨੁੱਖ ਇੱਕ ਸ਼੍ਰੇਣੀ ਵਿੱਚ ਦਾਖਲ ਹੋ ਜਾਂਦਾ ਹੈ, ਜਿਸ ਸ਼੍ਰੇਣੀ ਨੂੰ ਸਾਹਿਬ ਜੀ ਨੇ ਕਿਹਾ ਗਵਾਰ ਹੈ। ਗਵਾਰ ਦਾ ਅਰਥ ਹੈ ਮੂਰਖ, ਨਾਦਾਨ, ਨਾ ਸਮਝ। ਗਵਾਰ, ਗਵਾਰ ਕੌਣ ਹੈ? ਆਪਾਂ ਆਪਣੇ ਸੁਭਾਵ ਅਨੁਸਾਰ ਜਾਂ ਪ੍ਰਚਲਿਤ ਗੱਲਾਂ ਬਾਤਾਂ ਵਿੱਚ ਜਿਹੜਾ ਅਨਪੜ੍ਹ ਹੋਵੇ ਉਹਨੂੰ ਗਵਾਰ ਕਹਿੰਦੇ ਆ। ਤੇ ਗਵਾਰ ਸ਼ਬਦ ਅਨਪੜ੍ਹ ਦੇ ਨਾਲ ਜੋੜ ਲਿਆ, ਇਹ ਅਨਪੜ੍ਹ ਗਵਾਰ ਹੈ। ਪਰ ਇੱਥੇ ਅਨਪੜ੍ਹ ਹੋਣਾ ਗੱਲ ਵੱਖਰੀ, ਇੱਥੇ ਗਵਾਰ ਹੋਣਾ ਗੱਲ ਵੱਖਰੀ ਹੈ। ਗਵਾਰ ਕੌਣ ਹੈ? ਜੀਵਨ ਲੋਰੈ ਭਰਮ ਮੋਹ, ਨਾਨਕ ਤੇਊ ਗਵਾਰ। ਇਹ ਸੱਚਾਈ ਹੈ ਵੀ ਮਰਨਾ ਹੈ। ਨਾ ਇਹ ਝੂਠ ਹੈ, ਨਾ ਕੋਈ ਭੁਲੇਖਾ, ਨਾ ਕੋਈ ਭਰਮ ਹੈ। ਨਾ ਇਹਦੇ ਤੋਂ ਬਚਿਆ ਜਾ ਸਕਦਾ, ਨਾ ਉਹਦੇ 'ਚ ਕੋਈ ਵਾਧਾ, ਨਾ ਉਹਦੇ 'ਚ ਕੋਈ ਘਾਟਾ। ਇਹ ਨਹੀਂ ਹੋਣਾ। ਪਰ ਇਸ ਸੱਚਾਈ ਦੇ ਉਲਟ ਜਾ ਕੇ, ਇਸ ਸੱਚਾਈ ਦੇ ਵਿਪਰੀਤ ਜਾ ਕੇ ਮਨੁੱਖ ਕੀ ਕਰਦਾ ਹੈ? ਇਸ ਸੱਚਾਈ ਨੂੰ ਝੁਠਲਾ ਦੇਣਾ ਚਾਹੁੰਦਾ ਹੈ, ਜਾਂ ਜਿੰਨੀ ਦੇਰ ਜੀਂਦਾ ਹੈ ਇਸ ਸੱਚਾਈ ਨੂੰ ਝੂਠ ਕਰਕੇ ਮੰਨਦਾ ਹੈ।
ਤੇ ਥੋੜਾ ਜਿਹਾ ਇੱਕ ਮਨ ਵਿੱਚ ਭਰਮ ਪਾਲ ਕੇ ਵੀ ਇਹ ਸੱਚਾਈ ਨਹੀਂ, ਇਹ ਝੂਠ ਹੈ, ਤੇ ਮਨੁੱਖ ਕੀ ਕਰਦਾ? ਜੀਵਨ ਲੋਰ ਹੈ। ਵਾਹਿਗੁਰੂ ਜੀ ਦੇ ਬਣਾਏ ਹੋਏ ਇਸ ਮੌਤ ਦੇ ਨਿਯਮ ਤੋਂ ਵਿਪਰੀਤ ਜਾ ਕੇ, ਉਲਟ ਜਾ ਕੇ ਬੰਦਾ ਹੋਰ ਜੀਣਾ ਚਾਹੁੰਦਾ ਹੈ, ਹੋਰ ਜੀਣਾ ਚਾਹੁੰਦਾ ਹੈ। ਜਿੰਨਾ ਜੀਵਨ ਮਿਲਿਆ ਉਹਨੂੰ ਸਫਲ ਨਹੀਂ ਕਰਨਾ ਚਾਹੁੰਦਾ, ਬਲਕਿ ਜਿੰਨਾ ਜੀਵਨ ਮਿਲਿਆ ਉਹਦੇ ਨਾਲੋਂ ਵੱਧ ਜੀਣ ਦੀ ਲਾਲਸਾ ਰੱਖਦਾ ਹੈ। ਹੋਰ ਜੀ ਲਵਾਂ। ਜੀਵਨ ਲੋਰਾ ਹੈ, ਜੀਣਾ ਚਾਹੁੰਦਾ ਹੈ। ਕਾਹਦੇ ਕਰਕੇ? ਭਰਮ ਕਰਕੇ, ਕਾਹਦੇ ਕਰਕੇ? ਮੋਹ ਕਰਕੇ। ਕਿਉਂ ਜੀਣਾ ਚਾਹੁੰਦਾ ਹੈ? ਮੇਰੇ ਬੱਚੇ ਛੋਟੇ ਨੇ, ਮੇਰੀਆਂ ਜ਼ਿੰਮੇਵਾਰੀਆਂ ਨੇ, ਇਹਨਾਂ ਦੀ ਖਾਤਰ ਜਿਉਣਾ ਚਾਹੁੰਦਾ ਹੈ। ਵੱਡੇ ਹੋ ਜਾਣ, ਮੇਰੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਜਾਣ, ਤਾਂ ਜੀਣਾ ਚਾਹੁੰਦਾ ਹੈ। ਇਹ ਵੀ ਹੋ ਜਾਏ ਫਿਰ ਹੁਣ ਕਿਉਂ ਜੀਣਾ ਚਾਹੁੰਦਾ ਹੈ? ਹੁਣ ਇਹ ਹੈ ਵੀ ਪੇੜ ਲਾਇਆ, ਬੂਟਾ ਲਾਇਆ, ਪਾਣੀ ਦਿੱਤਾ ਹੈ, ਵੱਡਾ ਕੀਤਾ, ਇਹਦਾ ਫਲ ਤੇ ਖਾਵਾਂ, ਇਹਨਾਂ ਤੋਂ ਸੁੱਖ ਤੇ ਮਾਣਾ। ਹੁਣ ਇਸ ਲਈ ਜੀਣਾ ਚਾਹੁੰਦਾ ਹੈ। ਇਹਦੇ ਹੋਰ ਜੀਣ ਦੀ ਲਾਲਸਾ ਦੇ ਕਾਰਨ ਤੇ ਖਿਆਲ ਹਮੇਸ਼ਾ ਬਦਲਦੇ ਰਹਿੰਦੇ ਨੇ, ਬਦਲਦੇ ਰਹਿੰਦੇ ਨੇ। ਕਦੀ ਵੀ ਉਹਦੇ ਤੇ ਪੂਰਾ ਨਹੀਂ ਉਤਰੇਗਾ, ਹਮੇਸ਼ਾ ਬਦਲਣਗੇ। ਔਰ ਇਸੇ ਲਈ ਦੁਨੀਆ 'ਚ ਮਹਾਰਾਜ ਕਹਿੰਦੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਮੈਂ 90 ਸਾਲ, 100 ਸਾਲ ਦੇ ਬਜ਼ੁਰਗ ਇਸ ਦੁਨੀਆ ਤੋਂ ਜਾਂਦੇ ਵੇਖੇ। ਉਹਨਾਂ ਦੇ ਜਾਣ ਤੋਂ ਬਾਅਦ ਜੋ ਲੋਕਾਂ ਦੀਆਂ ਗੱਲਾਂ ਸੁਣੀਆਂ, ਉਹ ਗੱਲਾਂ ਹੈਰਾਨ ਕਰਦੀਆਂ ਨੇ। ਆਪਾਂ ਕੀ ਕਹਿੰਦੇ ਹਾਂ? ਕੋਈ ਛੋਟੀ ਉਮਰ 'ਚ ਚਲਿਆ ਜਾਏ ਤੇ ਸਾਡੀ ਗੱਲ ਇਹ ਹੁੰਦੀ ਵੀ ਅਜੇ ਇਹਨੇ ਵੇਖਿਆ ਹੀ ਕੀ ਸੀ, ਹੁਣੇ ਹੀ ਚਲਾ ਗਿਆ। ਅਜੇ ਵੇਖਿਆ ਹੀ ਕੀ ਸੀ? ਜਵਾਨੀ 'ਚ ਚਲਾ ਜਾਏ ਫਿਰ ਅਜੇ ਤੇ ਦੀਆਂ ਜ਼ਿੰਮੇਵਾਰੀਆਂ ਬਹੁਤ ਸੀ, ਅਜੇ ਤੇ ਕੰਮ ਬੜੇ ਸੀ ਪਏ, ਵਿੱਚ ਹੀ ਛੱਡ ਗਿਆ। ਚਲੋ ਇਹ ਵੀ ਹੋ ਜਾਏ, ਇਹਦੇ ਤੋਂ ਵੀ ਪਾਰ ਪਾ ਜਾਏ। ਬੁਢੇਪੇ 'ਚ ਜਾ ਕੇ 50, 60, 80, 90, 100 ਸਾਲ ਦੇ ਨੇੜੇ ਹੋ ਗਿਆ, ਹੁਣ ਜਾਵੇ ਕਿ ਹੁਣ ਤਸੱਲੀ ਹੈ, ਹੁਣ ਖੁਸ਼ੀ ਹੈ? ਨਾ, ਹੁਣ ਕੀ? ਸਾਰੀ ਉਮਰ ਕਰਦਾ ਰਿਹਾ, ਕਮਾਉਂਦਾ ਰਿਹਾ, ਆਹੀ ਤੇ ਵੇਲਾ ਸੀ ਉਹਦੇ ਸੁੱਖ ਵੇਖਣ ਦਾ। ਵਾਹ, ਇਹ ਸਾਡਾ ਖਿਆਲ ਹੈ, ਇਹ ਆਪਣਾ ਸਾਰਿਆਂ ਦਾ ਸਾਂਝਾ ਖਿਆਲ ਹੈ। ਆਹੀ ਤੇ ਵੇਲਾ ਸੀ ਉਹਦੇ ਸੁੱਖ ਵੇਖਣ ਦਾ। ਵਾਹ, ਉਹਦਾ 100 ਸਾਲ ਦਾ ਵੇਲਾ, ਬਚਪਨਾ, ਜਵਾਨੀ, ਇੰਨੇ ਸਾਲ ਬੁਢੇਪੇ ਦੇ, ਉਹ ਸੁੱਖ ਵੇਖਣ ਦਾ ਸਮਾਂ ਹੀ ਨਹੀਂ ਸੀ। ਹੁਣ ਮੌਤ ਆਈ ਤੇ ਸੁੱਖ ਵੇਖਣ ਦਾ ਸਮਾਂ ਸੀ। ਮਤਲਬ ਅਸੀਂ ਠੀਕ ਆ, ਰੱਬ ਨੇ ਹੀ ਗਲਤ ਕੀਤਾ। ਆਈ ਤੇ ਸਮਾਂ ਸੀ। ਜਿਹੜਾ ਜਵਾਨੀ ਦਾ ਸਮਾਂ ਸੀ ਉਹ ਕੀ ਸੀ? ਬਚਪਨੇ ਦਾ ਸਮਾਂ ਸੀ ਉਹ ਕੀ ਸੀ? ਉਹ ਕੀ ਸੀ? ਆਹੀ ਤੇ ਸਮਾਂ ਸੀ ਸੁੱਖ ਵੇਖਣ ਦਾ। ਬੱਚੇ ਵਿਆਹ ਲਏ, ਧੀਆਂ ਪੁੱਤ ਸਭ ਵਿਆਹੇ ਗਏ, ਦੋਤਰੇ ਪੋਤਰੇ ਹੋ ਗਏ, ਫਿਰ ਚਲਾ ਗਿਆ। ਹੁਣ ਪੁੱਛੋ ਵੀ ਬਾਪੂ ਵਡੇਰੀ ਉਮਰ ਭੋ ਕੇ ਗਿਆ, ਬਸ ਇੱਕੋ ਇੱਛਾ ਸੀ ਬਾਪੂ ਦੀ ਵੀ ਪੋਤਰੇ ਦਾ ਵਿਆਹ ਵੇਖ ਜਾਵਾਂ। ਕਿਤੇ ਰੱਬ ਥੋੜਾ ਜਿਹਾ ਸਮਾਂ ਹੋਰ ਦੇ ਦਿੰਦਾ, ਪੋਤਰੇ ਦਾ ਵਿਆਹ ਵੇਖ ਜਾਂਦਾ। ਵਾਹ, ਫਿਰ ਪੂਰਾ ਹੋ ਜਾਂਦਾ। ਜੇ ਪੋਤਰੇ ਦਾ ਵਿਆਹ ਵੇਖ ਜਾਂਦਾ ਫਿਰ ਅਸੀਂ ਖੁਸ਼ ਸਨ ਨਾ। ਸਾਡੀਆਂ ਹਮੇਸ਼ਾ ਇਹ ਇੱਛਾਵਾਂ ਤੇ ਖਿਆਲ ਬਦਲਦੇ ਨੇ। ਪੋਤਰੇ ਦਾ ਵਿਆਹ ਵੀ ਵੇਖ ਲੈ, ਫਿਰ ਅੱਗੇ ਪੋਤਰੇ ਦੇ ਘਰ ਬੱਚਾ ਹੋਣ ਵਾਲਾ ਸੀ, ਜੇ ਉਹਦਾ ਵੀ ਮੂੰਹ ਵੇਖ ਜਾਂਦਾ ਤੇ ਬਹੁਤ ਵਧੀਆ ਹੁੰਦਾ। ਇਹਨੂੰ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ। ਗਿਆਨੀ ਜੀਵੇ ਸਦਾ ਸਦਾ ਸੁਰਤੀ ਹੂੰ ਪਾਤ ਹੋਏ। ਇਹ ਬੰਦੇ ਦੀ ਜੀਵਨ ਦੇ ਪ੍ਰਤੀ ਸੋਚ ਹੈ। ਹੋਰ ਜੀ ਲਵਾਂ, ਹੋਰ ਜੀ ਲਵਾਂ, ਇਹ ਤੇ ਸੋਚ ਹੈ। ਪਰ ਜਿੰਨਾ ਵੀ ਜੀਵਨ ਮਿਲਿਆ ਉਹਨੂੰ ਮੈਂ ਸਫਲ ਕਰ ਲਵਾਂ, ਇਸ ਪੱਖ ਤੋਂ ਅਚੇਤ ਹੈ। ਗੱਲਾਂ ਜਿੰਨੀਆਂ ਮਰਜ਼ੀ ਕਰੇ, ਸਭ ਤੋਂ ਸੌਖਾ ਕੰਮ ਹੈ ਧਰਮ ਦੀ ਦੁਨੀਆ 'ਚ ਗੱਲਾਂ ਕਰਨੀਆਂ। ਜੋ ਮੈਂ ਇਸ ਵੇਲੇ ਸਟੇਜ ਤੇ ਬੈਠਾ ਕਹਿ ਰਿਹਾ ਨਾ, ਇਹ ਬਹੁਤ ਸੌਖਾ ਕੰਮ, ਜਿਹਨੂੰ ਕੋਈ ਬਹੁਤ ਔਖਾ ਨਾ ਸਮਝ ਲੈਣਾ। ਸ਼ਾਇਦ ਸੁਣਨ ਵਾਲਿਆਂ ਨੂੰ ਉਹ ਲੱਗਦਾ ਹੋਵੇ ਕਿ ਇਹ ਤੇ ਬੜੀਆਂ ਗਿਆਨ ਦੀਆਂ ਗੱਲਾਂ ਕਰਦੇ ਨੇ, ਇਹ ਤੇ ਬੜੇ ਦਾਨੀ ਹੋਣਗੇ ਗਿਆਨੀ। ਇਹ ਸਿਰਫ ਗੱਲਾਂ ਨੇ। ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ,
ਦੁਨੀਆ ਦਾ ਸਭ ਤੋਂ ਸੌਖਾ ਕੰਮ ਹੈ ਉਪਦੇਸ਼ ਦੇਣਾ, ਸਭ ਤੋਂ ਸੌਖਾ। ਉਪਦੇਸ਼ ਦੇਣਾ ਸਭ ਤੋਂ ਸੌਖਾ ਕੰਮ ਹੈ। ਇੱਕ ਉਪਦੇਸ਼ ਦੇਣਾ ਸੌਖਾ ਕੰਮ, ਦੂਸਰਾ ਸੌਖਾ ਕੰਮ ਹੈ ਦੂਸਰੇ ਦੇ ਅਵਗੁਣ ਵੇਖਣੇ ਵੀ ਦੂਸਰੇ 'ਚ ਕੀ ਹੈ। ਇਹਨੂੰ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਆਪਣੀ ਪੀੜ੍ਹੀ ਥੱਲੇ ਕਦੇ ਸੋਟਾ ਨਹੀਂ ਮਾਰਿਆ ਵੀ ਮੈਂ ਕੀ ਹਾਂ। ਦੂਜੇ ਦੀਆਂ ਗੱਲਾਂ ਕਰਦਾ ਕਿਤੇ ਆਪਣੇ ਬਾਰੇ ਵੀ ਸੋਚ ਵੀ ਤੂੰ ਆਪ ਕੀ ਹੈ, ਆਪ ਕੀ ਹੈ। ਦੂਸਰਿਆਂ ਨੂੰ ਉਪਦੇਸ਼ ਦੇਣ ਵਾਲਿਆ, ਗਿਆਨ ਦੇਣ ਵਾਲਿਆ, ਆਪਣੇ ਆਪ ਵੱਲ ਵੇਖ। ਜੇ ਨਾ ਵੇਖਿਆ ਤੇ ਫਿਰ ਪਾਵਨ ਬਾਣੀ ਦਾ ਬਚਨ ਨਾਨਕ ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਤੇ ਬਹੁਤਾ ਦਾ ਹਾਲਤ ਤੇ ਆਈ ਬਣਦੀ ਹੈ ਨਾ। ਸਿਰਫ ਇਹ ਗੱਲਾਂ ਬਾਤਾਂ ਦੇ ਨਾਲ ਨਹੀਂ, ਸੁਣਨ ਸੁਣਾਉਣ ਦੇ ਨਾਲ ਨਹੀਂ, ਇਹਦੀ ਡੂੰਘਾਈ ਵਿੱਚ ਉਤਰਨਾ ਪਏਗਾ ਤਾਂ ਜਾ ਕੇ ਗੱਲ ਸਮਝ ਆਏਗੀ। ਤੇ ਮਹਾਰਾਜ ਨੇ ਤੇ ਕਿਹਾ ਕੋਈ ਵੀ ਗੱਲ ਹੈ ਬਾਅਦ ਚ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਜੇ ਤੂੰ ਗੁਰੂ ਨਾਨਕ ਦੇ ਘਰ ਦੀ ਕੋਈ ਗੱਲ ਸਮਝਣੀ ਚਾਹੁੰਦਾ ਨਾ, ਸਾਰਾ ਕੁਝ ਬਾਅਦ ਸਮਝ ਆਏਗਾ। ਪਹਿਲਾਂ ਮੌਤ ਨੂੰ ਕਬੂਲ ਕਰ, ਮਰਨਾ ਕਬੂਲ ਕਰ। ਹੁਣ ਇਹਦੇ ਨਾਲ ਕੀ ਹੋਏਗਾ? ਮੰਨ ਲਓ ਬੰਦਾ ਮੌਤ ਕਬੂਲ ਕਰ ਲੇ, ਮੌਤ ਨੂੰ ਚੇਤੇ ਰਵੇ, ਕੀ ਹੋਏਗਾ? ਜਿਹਨੂੰ ਮੌਤ ਯਾਦ ਰਹੇਗੀ ਨਾ, ਉਹ ਬੁਰਾਈਆਂ ਤੋਂ ਬਚ ਜਾਏਗਾ, ਪਾਪ ਕਰਮ ਤੋਂ ਬਚ ਜਾਏਗਾ, ਉਹ ਝੂਠ ਤੋਂ, ਠੱਗੀ ਤੋਂ, ਬੇਈਮਾਨੀ ਤੋਂ, ਉਹ ਦੂਸਰੇ ਦਾ ਹੱਕ ਖੋਹਣ ਤੋਂ, ਕਿਸੇ ਗਰੀਬ ਦੇ ਮੂੰਹ ਦੀ ਰੋਟੀ ਖੋਹ ਕੇ ਆਪਣੀ ਜੇਬ 'ਚ ਪਾਉਣ ਤੋਂ ਉਹ ਬਚ ਜਾਏਗਾ, ਜਿਹਨੂੰ ਮੌਤ ਯਾਦ ਹੈ। ਤੇ ਜਿਹਨੂੰ ਮੌਤ ਯਾਦ ਨਹੀਂ, ਉਹਨੇ ਤਾਂ ਫਿਰ ਲਪੇਟੀ ਤੁਰਿਆ ਜਾਣਾ ਨਾ, ਕੋਈ ਆ ਜਾਏ ਉਹਨੇ ਤਾਂ ਕੋਈ ਛੱਡਣਾ ਹੀ ਨਹੀਂ, ਕਿਉਂਕਿ ਮਰਨ ਯਾਦ ਨਹੀਂ, ਮੌਤ ਯਾਦ ਨਹੀਂ। ਦੁਨੀਆ ਦੇ ਸਾਰੇ ਗੁਨਾਹ ਪਾਪਾਂ ਦਾ ਮੂਲ ਕਾਰਨ ਹੈ ਮੌਤ ਨੂੰ ਭੁੱਲ ਜਾਣਾ, ਔਰ ਦੁਨੀਆ ਦੇ ਸਾਰੇ ਸ਼ੁਭ ਗੁਣਾਂ ਦੀ ਜਨਮਦਾਤੀ ਮੌਤ ਹੈ, ਮੌਤ ਦਾ ਖਿਆਲ ਹੈ। ਜਿੱਥੇ ਮੌਤ ਦਾ ਖਿਆਲ ਉੱਥੇ ਸ਼ੁਭ ਗੁਣ ਹੋਣਗੇ। ਮਾਰੀ ਜਾਣਾ ਨਾ, ਕਿਉਂ ਦੂਜੇ ਦਾ ਹੱਕ ਖਾਵਾਂ, ਮਾਰੀ ਜਾਣਾ। ਇਕੱਠਾ ਕਰ ਕਰਕੇ ਜੋੜ ਜੋੜ ਕੇ ਕਿਸੇ ਨੂੰ ਦੇਣਾ, ਮਾਰੀ ਜਾਣਾ। ਮੈਂ ਕਈ ਵਾਰੀ ਗੱਲ ਸਾਂਝੀ ਕਰਦਾ ਹੁੰਦਾ, ਪਿੱਛੇ ਜੇ ਵੀ ਮੈਂ ਇੱਕ ਵਿਆਹ ਦੇ ਸੰਬੰਧ ਵਿੱਚ ਦੋਨਾਂ ਪਰਿਵਾਰਾਂ ਨੂੰ ਮਿਲਿਆ, ਬੱਚੀ ਵਾਲਾ ਪਰਿਵਾਰ ਵੀ, ਬੱਚੇ ਵਾਲਾ ਵੀ। ਦੋਨੋਂ ਪਰਿਵਾਰ ਇੱਕ ਤੇ ਗੁਰੂ ਘਰ ਨਾਲ ਜੁੜੇ ਔਰ ਇੱਕ ਬੜੇ ਸਮਰੱਥ, ਖੇਤੀਬਾੜੀ ਨਾਲ ਜੁੜੇ ਦੋਨੋਂ ਪਰਿਵਾਰ। ਬੱਚੀ ਵਾਲੇ ਪਰਿਵਾਰ ਨਾਲ ਗੱਲਬਾਤ ਹੋਈ, ਬਾਅਦ ਚ ਮੰਗਿਆ, ਮਿਲਿਆ, ਵਧਾਈ ਦਿੱਤੀ, ਸ਼ੁਕਰ ਹੈ ਮਾਲਕ ਦਾ ਧੀ ਆਪਣੇ ਘਰ ਗਈ ਹੈ, ਜੀ ਬੜੀ ਖੁਸ਼ੀ। ਉਹ ਤਾਰੀਫ ਕਰਨ ਲੱਗ ਪਏ, ਉਹ ਕਹਿੰਦੇ ਜੀ ਵੀ ਸਾਡੇ ਕੁੜਮ ਸਾਹਿਬ ਦੀ ਤੇ ਗੱਲ ਹੀ ਬੜੀ ਕਮਾਲ ਦੀ, ਉਹਨਾਂ ਨੇ ਹਰ ਇੱਕ ਚੀਜ਼ ਤੋਂ ਇਨਕਾਰ ਕੀਤਾ। ਅਸੀਂ ਧੀ ਦੀ ਖੁਸ਼ੀ ਵਾਸਤੇ ਕਿਹਾ ਜੀ ਤੁਸੀਂ ਗੱਡੀ ਲੈ ਲਓ, ਉਹਨਾਂ ਕਿਹਾ ਜੀ ਨਾ, ਮੈਂ ਹੱਥ ਜੋੜੇ, ਮੈਨੂੰ ਨਹੀਂ ਚਾਹੀਦੀ, ਨਹੀਂ ਲਈ। ਥੋੜੇ ਦਿਨਾਂ ਬਾਅਦ ਮੈਂ ਉਹਨਾਂ ਨੂੰ ਮਿਲਿਆ ਤੇ ਮੈਂ ਕਿਹਾ ਵੀ ਚਲੋ ਇਹ ਤੇ ਗੱਲ ਠੀਕ ਹੈ ਵੀ ਤੁਸੀਂ ਕੁਝ ਮੰਗਿਆ ਨਹੀਂ, ਤੇ ਜੇ ਉਹ ਆਪ ਦੇ ਰਹੇ ਸੀ ਤੇ ਫਿਰ ਤੁਸੀਂ ਇਨਕਾਰ ਕਿਉਂ ਕੀਤਾ? ਹੁਣ ਉਹਨਾਂ ਬਜ਼ੁਰਗਾਂ ਨੇ ਜੋ ਜਵਾਬ ਦਿੱਤਾ ਬੜੇ ਕਮਾਲ ਦਾ। ਆਖਣ ਲੱਗਾ ਭਾਈ ਸਾਹਿਬ ਤੁਹਾਨੂੰ ਕਿੱਦਾਂ ਪਤਾ? ਮੈਂ ਕਿਹਾ ਮੈਨੂੰ ਭਾਜੀ ਮਿਲੇ, ਉਹਨਾਂ ਦੱਸਿਆ। ਆਖਣ ਲੱਗੇ ਵਾਹ, ਕੀ ਦੱਸਿਆ ਉਹਨਾਂ? ਮੈਂ ਕਿਹਾ ਜੀ ਇਹ ਦੱਸਿਆ ਵੀ ਅਸੀਂ ਤੇ ਕਿਹਾ ਸੀ ਵੀ ਗੱਡੀ। ਉਹ ਕਹਿੰਦੇ ਜੀ ਨਹੀਂ। ਕਹਿੰਦੇ ਭਾਈ ਸਾਹਿਬ ਹੁਣ ਗੱਲ ਸੁਣੋ, ਮਾਲਕ ਨੇ ਕਿਤੇ ਘਰ ਸਾਰਾ ਕੁਝ ਦਿੱਤਾ, ਜੇ ਮੈਂ ਗੱਡੀ ਲੈਂਦਾ ਤੇ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ 'ਚ ਉਹਨਾਂ ਨੇ ਮੈਨੂੰ ਮੰਗਤਾ ਬਣਾ ਕੇ ਫੋਟੋਆਂ ਖਿਚਾਉਣੀਆਂ ਸੀ। ਮੈਨੂੰ, ਮੈਂ ਹੱਥ ਕਰਕੇ ਤੇ ਉਹਨਾਂ ਤੋਂ ਚਾਬੀ ਲੈਂਦਾ, ਫੋਟੋਆਂ ਖਿੱਚੀਆਂ ਜਾਂਦੀਆਂ, ਵੀਡੀਓ ਬਣਦੀ, ਤੇ ਫਿਰ ਬਸ ਉਹ ਫੋਟੋਆਂ ਤੱਕ, ਵੀਡੀਓ ਤੱਕ ਮੇਰਾ ਕੰਮ ਸੀ, ਨਾਲ ਹੀ ਚਾਬੀ ਨਿਆਣਿਆਂ ਨੇ ਲੈ ਲੈਣੀ ਸੀ, ਮੈਨੂੰ ਤੇ ਚਲਾਉਣੀ ਵੀ ਨਹੀਂ ਆਉਂਦੀ। ਤੇ ਕਿਤੇ ਮੁੜ ਕੇ ਬਹਿਣ ਦਿੰਦੇ, ਨਾ ਬਹਿਣ ਦਿੰਦੇ, ਉਹਨਾਂ ਦੀ ਮਰਜ਼ੀ। ਤੇ ਇਹਨਾਂ ਦੀ ਖੁਸ਼ੀ ਵਾਸਤੇ, ਇਹਨਾਂ ਨਿਆਣਿਆਂ ਦੇ ਵਾਸਤੇ ਮੈਂ ਇਹ ਪਾਪ ਕਿਉਂ ਕਰਾਂ?
ਚਲਾਉਣੀ ਕਿਸੇ ਨੇ, ਰੱਖਣੀ ਕਿਸੇ ਨੇ, ਬਾਅਦ ਮੈਨੂੰ ਕੋਈ ਬਹਿਣ ਦੇਵੇ ਨਾ ਬਹਿਣ ਦੇਵੇ। ਤੇ ਮੈਂ ਕਿਹਾ ਤੇ ਘੜੀ ਪਲ ਦੀ ਗੱਲ ਹੈ, ਤੇ ਮੈਂ ਕਿਉਂ, ਮੈਂ ਪਹਿਲਾਂ ਹੀ ਮਨਾ ਕਰਦਾ, ਭਾਜੀ ਮੈਨੂੰ ਨਹੀਂ ਚਾਹੀਦੀ। ਇਹਨਾਂ ਨੂੰ ਚਾਹੀਦੀ ਹੋਏਗੀ ਆਪੇ ਕਮਾਉਣ, ਆਪੇ ਲੈਣ। ਪਹਿਲਾਂ ਮਾਲਕ ਨੇ ਬਹੁਤ ਜ਼ਮੀਨ ਦਿੱਤੀ, ਆਪੇ ਸਾਂਭਣ। ਕਿਆ ਕਮਾਲ ਦਾ ਖਿਆਲ। ਇਹਨਾਂ ਬੱਚਿਆਂ ਦੀ ਖਾਤਰ ਮੈਂ ਪਾਪ ਕਿਉਂ ਕਰਾਂ? ਮਕਸਦ ਆ ਹੈ। ਇਹ ਕੋਈ ਪਤਾ ਨਹੀਂ ਹੈ, ਇਹ ਵੱਡੇ ਹੋਣਗੇ, ਅਫਸਰ ਬਣ ਜਾਣਗੇ, ਪੜ੍ਹ ਲਿਖ ਜਾਣਗੇ, 4 ਪੈਸੇ ਇਹਨਾਂ ਕੋਲ ਆ ਜਾਣਗੇ, ਨੌਕਰ ਚਾਕਰ ਹੋਣਗੇ, ਤੇ ਫਿਰ ਆਖਣ ਵੀ ਬਾਪੂ ਤੇਰੇ ਕਰਕੇ ਘਰ ਦਾ ਮਾਹੌਲ ਖਰਾਬ ਹੁੰਦਾ ਹੈ, ਤੂੰ ਚੱਲ ਹੁਣ ਬਿਰਧ ਆਸ਼ਰਮ। ਇਹਨਾਂ ਕਰਕੇ ਪਾਪ ਕਰਾਂ? ਇਹਨਾਂ ਕਰਕੇ ਜਿਨ੍ਹਾਂ ਬਾਅਦ 'ਚ ਸਾਂਭਣਾ ਹੀ ਨਹੀਂ, ਤੇ ਜਿਨ੍ਹਾਂ ਅਖੀਰੇ ਹੀ ਆਖਣਾ ਵੀ ਬਾਪੂ ਸਾਡੇ ਲਈ ਤੂੰ ਕੀ ਕੀਤਾ, ਆਹ ਕੁਝ ਸੁਣਨ ਵਾਸਤੇ ਇਹਨਾਂ ਲਈ ਪਾਪ ਕਰਾਂ? ਨਹੀਂ। ਜਿੰਨਾ ਮਾਲਕ ਨੇ ਦਿੱਤਾ, ਜੋ ਮਾਲਕ ਨੇ ਦਿੱਤਾ, ਜਿੱਥੇ ਵਾਹਿਗੁਰੂ ਨੇ ਰੱਖਿਆ ਉਹ ਠੀਕ। ਮੌਤ ਦਾ ਖਿਆਲ ਮਨ ਵਿੱਚ ਹੈ, ਅਖੀਰ ਮਾਰੀ ਜਾਣਾ, ਉਹ ਪਾਪ ਤੋਂ ਬਚ ਜਾਏਗਾ। ਹਰ ਵੇਲੇ ਇਹ ਖਿਆਲ ਹੋਵੇ। ਮਾਰਕੰਡੇ ਰਿਖੀ ਦਾ ਆਪਾਂ ਜ਼ਿਕਰ ਪੜ੍ਹਦਿਆਂ, ਲੱਖ ਵਰਿਆਂ ਦੀ ਯਾਰ ਜਾਂ ਕੋਟੇ ਕੋਟ ਨਾ ਮੰਦਰ ਸੱਜ, ਸਤਜੁਗ 'ਚ ਰਿਖੀ ਹੋਇਆ। ਗੁਰੂ ਗ੍ਰੰਥ ਸਾਹਿਬ 'ਚ ਉਹਦਾ ਜ਼ਿਕਰ ਹੈ, ਮਾਰਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਕੱਖਾਂ ਦੀ ਛਪਰੀ 'ਚ ਲੱਖਾਂ ਸਾਲ ਕੱਟ ਗਿਆ। ਤੇ ਕਿਸੇ ਨੇ ਕਹਿਣਾ ਵੀ ਲੰਬੀ ਉਮਰ ਹੈ, ਕੋਈ ਘਰ ਮਕਾਨ ਹੀ ਬਣਾ ਲਓ। ਤੇ ਮਾਰਕੰਡੇ ਨੇ ਆਖਣਾ ਆਖਰ ਮਰੀ ਜਾਣਾ ਹੈ ਨਾ, ਤੇ ਕੀ ਫਰਕ ਪੈਂਦਾ ਵੀ ਉਮਰ ਕਿੰਨੀ ਹੈ, ਥੋੜ੍ਹੀ ਹੈ ਕਿ ਬਹੁਤੀ, ਮਾਰੀ ਜਾਣਾ ਹੈ ਨਾ, ਤੇ ਰਹਿਣ ਦਿਓ। ਕੱਖਾਂ ਦੀ ਕੁੱਲੀ 'ਚ ਗੁਜ਼ਾਰਾ। ਜਿਹੜਾ ਮੌਤ ਦੇ ਅਟਲ ਨਿਯਮ ਤੋਂ ਵਿਪਰੀਤ ਜਾ ਕੇ ਹੋਰ ਜੀਣ ਦੀ ਆਸ ਰੱਖਦਾ ਹੈ, ਨਾਨਕ ਤਿਉ ਗਵਾਰ। ਮਰ ਕਹਿੰਦੇ ਉਹ ਗਵਾਰ ਹੈ, ਉਹ ਨਾਦਾਨ ਹੈ, ਨਾ ਸਮਝ ਹੈ। ਔਰ ਇੱਥੇ ਕਿਤੇ ਕੱਪੜੇ ਵੇਖ ਕੇ ਭੁਲੇਖਾ ਨਾ ਖਾ ਜਾਣਾ, ਇਹਦੇ ਕੱਪੜੇ ਬੜੇ ਚਿੱਟੇ ਨੇ, ਬੜਾ ਧਰਮੀ ਦਿਖਦਾ ਹੈ, ਇਹ ਪੱਗ ਬੜੀ ਇਸ ਤਰ੍ਹਾਂ ਦੀ ਬੰਨ੍ਹਦਾ ਹੈ, ਇਹ ਬੜੇ ਲਿਸ਼ਕਣੇ ਪੁਸ਼ਕਣੇ ਕੱਪੜੇ ਪਾਉਂਦਾ, ਅੰਦਰੋਂ ਵੀ ਉਹੋ ਜਿਹਾ ਹੋਏਗਾ, ਚਾਹੇ ਇਹਨੂੰ ਤੇ ਮੌਤ ਦਾ ਖਿਆਲ ਹੋਗਾ। ਨਾ ਨਾ, ਇਹਦੇ ਨਾਲ ਕੋਈ ਵੀ ਸੰਬੰਧ ਨਹੀਂ। ਕੱਪੜੇ ਕਿਸ ਤਰ੍ਹਾਂ ਦੇ ਪਾਉਣੇ ਇਹ ਗੱਲ ਵੱਖਰੀ, ਜੀਵਨ ਨੂੰ ਸਫਲ ਕਰਨ ਦਾ ਜਿਨ੍ਹਾਂ ਦੇ ਮਨ ਦਾ ਖਿਆਲ ਉਹ ਕਹਾਣੀ ਵੱਖਰੀ। ਇਹ ਕੋਈ ਫਰਕ ਨਹੀਂ ਪੈਂਦਾ। ਮਰ ਕੇ ਤੋਂ ਗਵਾਰ ਹੈ ਜਿਹਨੂੰ ਮੌਤ ਭੁੱਲ ਗਈ। ਜੀਵਨ ਕੀ ਆਸ ਕਰੇ ਜਮ ਨਿਹਾਰੇ ਸਾਸਾ, ਹੋਰ ਜੀਲਾ। ਪੌੜੀ। ਗੰਗਾ ਰਸ ਕਾਲ ਤੇ, ਇਹ ਗੰਗਾ ਅੱਖਰ ਆਇਆ। ਜੇ ਤੁਸੀਂ 35 ਪੜ੍ਹੋ ਨਾ, ਤੇ 3 ਅੱਖਰ ਨੇ ਜਿਨ੍ਹਾਂ ਨੂੰ ਬੋਲਣ 'ਚ ਥੋੜ੍ਹੀ ਜਿਹੀ ਸਮੱਸਿਆ ਹੁੰਦੀ ਹੈ। ਤੇ ਜੇ ਇੱਕ ਵਾਰੀ ਇਹ ਜ਼ਬਾਨ ਤੇ ਚੜ੍ਹ ਜਾਣ, ਇੱਕ ਵਾਰੀ, ਤੇ ਫਿਰ ਆ ਵੀ ਗੱਲ ਪੱਕੀ ਹੈ ਵੀ ਮਰਨ ਤੱਕ ਫਿਰ ਇਹ ਭੁੱਲਦੇ ਨਹੀਂ, ਵਿਸਰਦੇ ਨਹੀਂ। 3 ਅੱਖਰ ਗੁਰਮੁਖੀ ਲਿਖਣ ਵਿੱਚ, ਪੜ੍ਹਨ ਵਿੱਚ ਇਹ 3 ਅੱਖਰਾਂ ਤੇ ਥੋੜ੍ਹੀ ਜਿਹੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਗੰਗਾ, ਝੱਜਾ ਤੇ ਨੰਨ੍ਹਾ, ਇਹ ਲਿਖਣ ਵਿੱਚ ਵੀ ਇੱਕੋ ਜਿਹੇ ਨੇ ਤੇ ਬੋਲਣ ਵਿੱਚ ਵੀ ਥੋੜ੍ਹੇ ਥੋੜ੍ਹੇ ਫਰਕ ਨਾਲ, ਕੋਈ ਜ਼ਿਆਦਾ ਫਰਕ ਨਹੀਂ। ਗੰਗਾ ਐਨ ਨੱਕ ਦੀ ਜੜ੍ਹ ਤੇ ਅੱਖਾਂ ਦੇ ਵਿਚਾਲੇ ਇਹਦਾ ਸਵਰ ਹੈ। ਗੰਗਾ, ਨੰਨ੍ਹਾ, ਝੱਜਾ, ਨੰਨ੍ਹਾ। ਗੰਗਾ, ਇੱਥੇ ਗੰਗੇ ਅੱਖਰ ਨਾਲ ਸਾਹਿਬ ਨੇ ਕਿਰਪਾ ਕੀਤੀ। ਪੌੜੀ। ਗੰਗਾ ਗਰਾਸੈ ਕਾਲ ਤੇ ਜੋ ਸਾਖਤ ਪ੍ਰਭ ਕੀਨ। ਹੁਣ ਮਹਾਰਾਜ ਕਹਿੰਦੇ ਮਰਨਾ ਵੀ 2 ਤਰ੍ਹਾਂ ਦਾ ਹੈ। ਇੱਕ ਮਰਨਾ ਕਿਹਨਾਂ ਦਾ ਹੈ? ਜਿਹੜੇ ਸਾਖਤ ਨੇ। ਸਾਖਤ, ਸਾਖਤ ਕੌਣ ਹੈ? ਸੁਖਮਨੀ ਸਾਹਿਬ 'ਚ ਪੜ੍ਹਦੇ, ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿਓਵਤ ਸੂਚਾ। ਜਿਹਦੀ ਸਾਰੀ ਉਮਰ ਹੀ ਵਿਅਰਥ ਗਈ, ਸਾਰੀ ਉਮਰ ਵਿਅਰਥ ਗਈ। ਕਿਸ ਖਿਆਲ ਵਿੱਚ ਉਮਰ ਗਈ? ਜੋੜ ਲਵਾਂ, ਇਕੱਠਾ ਕਰ ਲਵਾਂ, ਜੋੜ ਲਵਾਂ, ਇਕੱਠਾ ਕਰ ਲਵਾਂ, ਇਸੇ ਖਿਆਲ ਵਿੱਚ। ਚਾਹੇ ਉਹਦਾ ਵੀ ਖੋਣਾ ਪਏ, ਉਹਦਾ ਵੀ ਖੋਣਾ ਪਏ, ਕਿਸੇ ਦਾ ਵੀ ਖੋਣਾ ਪਏ। ਉਹ ਚਾਹੇ ਝੂਠ ਬੋਲ ਕੇ, ਚਾਹੇ ਸੱਚ ਬੋਲ ਕੇ, ਕਿਸ ਤਰ੍ਹਾਂ ਵੀ ਇਕੱਠਾ ਕਰਨਾ ਪਏ, ਮੈਂ ਕਰ ਲਵਾਂ।
ਆਰਜਾ ਬੇਅਰਥ ਚਲੀ ਗਈ, ਜ਼ਿੰਦਗੀ ਜੀਵਨ ਬੇਅਰਥ ਚਲਾ ਗਿਆ। ਸਾਕਤ ਕੀ ਫਰਕ ਪਿਆ 90 ਸਾਲ ਜੀਵਿਆ ਕਿ 100 ਸਾਲ ਕਿ 60 ਸਾਲ ਕਿ 50 ਸਾਲ। ਬਾਬਾ ਫਤਿਹ ਸਿੰਘ ਸਾਹਿਬ ਜੀ ਕਲਗੀਆਂ ਵਾਲੇ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ, ਕਿੰਨੀ ਉਮਰ ਹੈ? 7 ਸਾਲ। ਕਿੰਨਾ ਚਿਰ ਜੀਵੇ ਦੁਨੀਆ ਤੇ ਸਰੀਰ ਕਰਕੇ? 7 ਸਾਲ। ਤੇ ਤੁਸੀਂ ਅੱਜ ਇਹ ਕਹਿ ਸਕਦੇ ਆ, ਜਾਂ ਅੱਜ ਤੱਕ ਆਪਾਂ ਸੁਣਿਆ ਕਿ ਬਾਬਾ ਫਤਿਹ ਸਿੰਘ ਸਾਹਿਬ ਜੀ ਦੁਨੀਆ ਤੇ ਨਹੀਂ ਰਹੇ? ਕਹਿ ਸਕਦੇ ਆ ਨਾ, ਉਹ ਤੇ ਹਮੇਸ਼ਾ ਅਮਰ ਨੇ, ਹਰ ਵੇਲੇ ਨੇ। 7 ਸਾਲ ਦਾ ਜੀਵਨ ਜੀ ਕੇ ਅਮਰ ਹੋ ਗਏ। ਇੱਥੇ 100 ਸਾਲ ਦੀ ਜ਼ਿੰਦਗੀ ਭੋਗ ਕੇ ਬੰਦਾ ਸਾਕਤ ਹੈ। ਫਰਕ ਇਹ ਨਹੀਂ ਵੀ ਅਸੀਂ ਜੀਵੇ ਕਿੰਨਾ ਸਾਲ, ਫਰਕ ਇਹ ਹੈ ਵੀ ਜੀਵਨ ਸਫਲ ਹੋਇਆ ਕਿ ਨਹੀਂ ਹੋਇਆ। ਫਰਕ ਇਹ ਹੈ। ਖਿਆਲ ਇਹ ਨਹੀਂ ਕਿੰਨੇ ਸਾਲ ਜੀ, 60 ਸਾਲ 50 20, ਕੀ ਫਰਕ ਪੈਂਦਾ? ਜੋ ਕੁਝ 20 ਸਾਲਾਂ 'ਚ ਕੀਤਾ ਉਹੀ ਕੋਈ 40 'ਚ ਕੀਤਾ, ਉਹੀ ਕੋਈ 60 'ਚ ਕੀਤਾ, ਤੇ ਕੀ ਫਰਕ ਪਿਆ? ਕੋਈ ਫਰਕ ਨਾ ਪਿਆ। ਸਾਕਤ ਮਨੁੱਖ ਉਹ ਹੈ ਜਿਹੜਾ ਵਾਹਿਗੁਰੂ ਦੇ ਨਾਮ ਵੱਲੋਂ ਅਚੇਤ ਹੈ, ਔਰ ਇਹਨੂੰ ਵਾਹਿਗੁਰੂ ਨੇ ਆਪ ਹੀ ਭੁਲਾਇਆ ਹੋਇਆ। ਅਨਕ ਜੋਨ ਜਨਮੇ ਮਰੇ ਆਤਮ ਰਾਮ ਨਾ ਚੀਨ। ਹਿਰਦੇ ਵਿੱਚ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ, ਕਿਤੇ ਜਪਿਆ ਨਹੀਂ। ਕੀ ਹੋਇਆ? ਮਰ ਗਿਆ, ਤੇ ਮਰ ਕੇ ਕਹਾਣੀ ਖਤਮ ਹੋ ਗਈ ਨਾ, ਫਿਰ ਸ਼ੁਰੂ ਹੋ ਗਈ। ਜਿਵੇਂ ਆਪਣਾ ਲੰਬਾ ਸਫ਼ਰ ਹੋਵੇ ਨਾ, ਦੂਰ ਦਾ 1000-1500 ਕਿਲੋਮੀਟਰ ਦੂਰ ਜਾਣਾ ਹੋਵੇ, ਤੇ ਆਪਾਂ ਕਈ ਵਾਰੀ ਕਈ ਬੱਸਾਂ ਤੇ ਉਤਰਦੇ ਹਾਂ, ਕਈਆਂ ਤੇ ਚੜ੍ਹਦੇ ਹਾਂ, ਕਈ ਟ੍ਰੇਨਾਂ ਬਦਲਦੇ ਹਾਂ। ਇੱਕ ਤੋਂ ਉਤਰੇ ਦੂਜੀ ਤੇ ਚੜ੍ਹ ਗਏ, ਉਹ ਤੋਂ ਉਤਰੇ ਦੂਜੀ ਚੜ੍ਹ ਗਏ। ਜਦੋਂ ਤੱਕ ਮੰਜ਼ਿਲ ਨਹੀਂ ਮਿਲਦੀ ਉਦੋਂ ਤੱਕ ਬਦਲਦੇ ਰਹਿੰਦੇ। ਇਸ ਆਤਮਾ ਨੂੰ ਜਦੋਂ ਤੱਕ ਆਪਣਾ ਨਿਜ ਘਰ ਪਰਮ ਆਤਮਾ ਤੱਕ ਪਹੁੰਚਣ ਦਾ ਸੁਭਾਗ ਨਹੀਂ ਮਿਲਦਾ, ਇਹ ਜੰਮਦਾ ਮਰਦਾ ਜੰਮਦਾ ਮਰਦਾ ਇਹ ਖੇਡ ਚੱਲਿਆ ਰਹਿੰਦਾ। ਬੁੱਢਾ ਹੋਇਆ ਮਰ ਗਿਆ, ਫਿਰ ਜੰਮ ਪਏਗਾ, ਫਿਰ ਮਰੇਗਾ, ਫਿਰ ਜੰਮੇਗਾ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਅਨਕ ਜੋਨ ਜਨਮੈ ਮਰੈ ਆਤਮ ਰਾਮ ਨਾ ਚੀਨ। ਜਿਹਨੇ ਅੰਤਰਾਤਮੇ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ, ਜੰਮਦਾ ਤੇ ਮਰਦਾ ਰਹੇਗਾ। ਤੇ ਸਾਹਿਬ ਜੀ ਨੇ ਬਖਸ਼ਿਸ਼ ਕਿਰਪਾ ਕੀਤੀ, ਗਿਆਨ ਧਿਆਨ ਤਾਹੂ ਕਉ ਆਏ। ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੇ ਨਾਲ ਸੁਰਤ ਜੋੜ ਲਈ, ਸਾਂਝ ਪਾ ਲਈ, ਹਰ ਵੇਲੇ ਮੌਤ ਨੂੰ ਚੇਤੇ ਰੱਖਿਆ, ਮੌਤ ਨੂੰ ਕਿਤੇ ਭੁਲਾਇਆ ਨਹੀਂ, ਮੌਤ ਦਾ ਡਰ ਉਹਨਾਂ ਦੇ ਅੰਦਰੋਂ ਵਿਸਰ ਗਿਆ। ਜਿਨ੍ਹਾਂ ਨੇ ਸਮਝ ਲਿਆ ਵੀ ਅਖੀਰ ਮਰਨਾ ਹੈ ਨਾ, ਤੇ ਮਰਨਾ ਹੀ ਨਹੀਂ, ਮਰਨ ਤੋਂ ਪਹਿਲਾਂ ਜੀਵਨ ਸਫਲ ਕਰਨਾ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ। ਔਰ ਇਹ ਗੱਲ ਉਹਨਾਂ ਦੇ ਧਿਆਨ ਵਿੱਚ ਰਹੀ ਵੀ ਦੁਨੀਆ ਤੇ ਆਏ ਕੀ ਕਰਨਾ, ਦੁਨੀਆ ਤੇ ਆਏ ਕੀ ਕਰਨਾ। ਜੇ ਅਸੀਂ ਆਖੀਏ ਦੁਨੀਆ ਤੇ ਸਿਰਫ ਧੀਆਂ ਪੁੱਤਾਂ ਸੰਤਾਨ ਦੀ ਉਤਪਤੀ ਲਈ ਆਏ, ਤੇ ਪਸ਼ੂ ਵੀ ਕਰਦੇ ਨੇ। ਘਰ ਬਣਾਉਣ ਵਾਸਤੇ ਆਏ ਆ, ਤੇ ਪਸ਼ੂ ਵੀ, ਪੰਛੀ ਵੀ ਆਲਣੇ ਬਣਾ ਲੈਂਦੇ ਨੇ। ਰੋਜੀ ਰੋਟੀ ਲਈ ਆਏ ਆ, ਇਹ ਤੇ ਪਸ਼ੂ ਪੰਛੀ ਵੀ ਕਰਦੇ ਨੇ। ਤੂੰ ਦੁਨੀਆ ਤੇ ਕਿਉਂ ਆਇਆ? 84 ਲੱਖ ਜੂਨ ਤੋਂ ਤੈਨੂੰ ਮਾਲਕ ਨੇ ਸ੍ਰੇਸ਼ਟ ਸਰਵੋਤਮ ਉਤਕ੍ਰਿਸ਼ਟ ਕਿਸ ਖਿਆਲ ਕਰਕੇ ਦੱਸਿਆ, ਉਹ ਦੇਖ। ਤੇ ਮਾਰੇ ਕਹਿੰਦੇ ਉਹ ਸਿਰਫ ਇੱਕ ਕੰਮ ਲਈ ਆਇਆ। ਸਾਡਾ ਦੁਨੀਆ ਤੇ ਮਨੁੱਖਾ ਜਨਮ 'ਚ, ਮਨੁੱਖਾ ਜੂਨੀ ਵਿੱਚ ਜਨਮ ਇਸ ਲਈ ਹੋਇਆ ਕਿ ਵਾਰ-ਵਾਰ ਜੂਨਾਂ ਦਾ ਜੰਮਣ ਤੇ ਮਰਨ ਮਿਟ ਜਾਏ। ਇਹ ਜਨਮ ਇਸ ਲਈ ਮਿਲਿਆ ਕਿ ਦੁਬਾਰਾ ਜੰਮਣ ਮਰਨ ਦਾ ਗੇੜ ਮਿਟ ਜਾਏ। ਤੇ ਤਾਂ ਹੀ ਤੇ ਜਿਨ੍ਹਾਂ ਦਾ ਮਿਟ ਗਿਆ ਉਹਨਾਂ ਨੇ ਕਿਹਾ, ਬਹੁਰ ਹਮ ਕਾਹੇ ਆਵਾਂਗੇ, ਮੈਂ ਨਹੀਂ ਦੁਨੀਆ ਤੇ ਫੇਰ ਆਉਣਾ। ਜੀਵਨ ਸਫਲ ਹੋ ਗਿਆ। ਕਬੀਰ ਜੀ ਕਹਿੰਦਾ ਨਾ ਲਾਨੀ, ਮੈਂ ਨਾ ਮਰੋ ਮਰਬੋ ਸੰਸਾਰਾ। ਦੁਨੀਆ ਜੰਮੇਗੀ ਮਰੇਗੀ, ਨਾ ਮੈਂ ਮਰਨਾ ਨਾ ਮੈਂ ਜੰਮਣਾ, ਜੀਵਨ ਸਫਲ ਹੋ ਗਿਆ। ਕਰ ਕਿਰਪਾ ਜੇ ਆਪ ਦਿਵਾਏ। ਜਿਨ੍ਹਾਂ ਤੇ ਮੇਰੇ ਮਾਲਕ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ,
ਤੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਇਹ ਗਿਆਨ ਸਮਝ ਦਿੱਤੀ, ਜਿਨ੍ਹਾਂ ਨੂੰ ਇਹ ਸੂਝ ਬਖਸ਼ਿਸ਼ ਕੀਤੀ ਕਿ ਉਹਨਾਂ ਨੂੰ ਮੌਤ ਦਾ ਖਿਆਲ। ਮਹਾਤਮਾ ਬੁੱਧ ਦਾ ਜੇ ਜੀਵਨ ਪੜ੍ਹੋ ਨਾ, ਮਹਾਤਮਾ ਬੁੱਧ ਨੇ ਕੋਈ ਜਪ ਤਪ ਨਹੀਂ ਕੀਤਾ, ਕੋਈ ਭਗਤੀ ਨਹੀਂ ਕੀਤੀ, ਕੋਈ ਕਥਾ ਕੀਰਤਨ ਨਹੀਂ ਸੁਣਿਆ ਕੀਤਾ, ਕਿਤੇ ਉਪਦੇਸ਼ ਨਹੀਂ ਸੁਣਿਆ, ਕਿਤੇ ਉਹ ਮੰਦਰ ਨਹੀਂ ਗਿਆ, ਕਿਤੇ ਨਹੀਂ ਗਿਆ। ਜੇ ਇਸ ਮੁਕਾਮ ਤੱਕ ਪਹੁੰਚਿਆ ਤੇ ਇੱਕ ਮੌਤ ਦੇ ਖਿਆਲ ਕਰਕੇ ਰੱਥ ਤੇ ਸਵਾਰ ਜਾ ਰਿਹਾ, ਇਹਦਾ ਰਥਵਾਈ ਹੈ ਚੰਨਾ, ਉਹਨੇ ਰੱਥ ਰੋਕ ਲਿਆ। ਚੰਨਾ ਕੀ ਹੋਇਆ, ਰੱਥ ਕਿਉਂ ਰੁਕਿਆ? ਮਹਾਰਾਜ ਸਾਹਮਣੇ ਕੋਈ ਮਨੁੱਖ ਪਿਆ, ਤੜਫ ਰਿਹਾ, ਹਾਏ ਹਾਏ ਕਰ ਰਿਹਾ। ਆਪ ਰੱਥ ਤੋਂ ਉਤਰਿਆ, ਉਹਨੂੰ ਚੁੱਕ ਕੇ ਰਸਤੇ ਚੋਂ ਪਾਸੇ ਕੀਤਾ, ਪਾਣੀ ਪੂਣੀ ਪਿਆਇਆ, ਅੱਗੇ ਤੁਰੇ। ਪੁੱਛਿਆ ਵੀ ਇਸ ਤਰ੍ਹਾਂ ਕਿਉਂ ਕਰ ਰਿਹਾ? ਮਹਾਰਾਜ ਜੀ ਰੋਗੀ ਹੋਇਆ, ਇਹਨੂੰ ਕੋਈ ਰੋਗ ਲੱਗ ਗਿਆ। ਉਹਨੂੰ ਅਜੇ ਤੱਕ ਪਤਾ ਹੀ ਨਹੀਂ ਸੀ ਕਿ ਰੋਗ ਕੀ ਹੁੰਦਾ। ਉਹਨੇ ਕਿਹਾ ਕੀ ਹੁੰਦਾ? ਮਹਾਰਾਜ ਸਰੀਰ ਹੈ, ਰੋਗ ਤੇ ਲੱਗ ਹੀ ਸਕਦਾ, ਕਦੋਂ ਵੀ ਲੱਗ ਸਕਦਾ। ਕਿ ਮੈਨੂੰ ਵੀ ਲੱਗ ਸਕਦਾ? ਕਿ ਰੱਬ ਨਾ ਕਰੇ ਤੁਹਾਨੂੰ ਲੱਗੇ, ਪਰ ਲੱਗ ਤੇ ਸਕਦਾ ਹੀ ਹੈ। ਦੂਸਰਾ ਇੱਕ ਬਜ਼ੁਰਗ ਵੇਖ ਲਿਆ, ਇਹਨੇ ਜ਼ਿੰਦਗੀ 'ਚ ਕਿਤੇ ਆ ਨਹੀਂ ਸੀ ਵੇਖਿਆ, ਹੌਲੀ ਹੌਲੀ ਖੂੰਡੀ ਨਾਲ ਤੁਰਿਆ। ਕੀ ਹੈ? ਮਹਾਰਾਜ ਜੀਵਨ ਦਾ ਆਖਰੀ ਪੜਾ ਹੈ, ਕਿ ਮੇਰੇ ਨਾਲ ਵੀ ਹੋ ਸਕਦਾ। ਚੰਨਾ ਨੇ ਆਖਿਆ ਵੀ ਮੈਂ ਤੇ ਆਖਾਂਗਾ ਰੱਬ ਕਰੇ ਤੁਹਾਡੀ ਵਡੇਰੀ ਉਮਰ ਹੋਵੇ, ਤੁਸੀਂ ਵੀ ਬੁਢੇਪਾ ਮਾਣੋ, ਇੱਥੋਂ ਤੱਕ ਪਹੁੰਚੋ। ਇੰਨਾ ਸਰੀਰ ਨਿਰਬਲ ਕਮਜ਼ੋਰ ਮਹਾਰਾਜ ਹੁੰਦਾ ਹੈ। ਤੀਸਰੀ ਗੱਲ ਉਹਨੇ ਮੌਤ ਵੇਖ ਲਈ। ਇਹ ਕੀ ਹੈ? ਮੌਤ ਹੈ, ਮੈਨੂੰ ਵੀ ਆ ਸਕਦੀ ਹੈ। ਮਹਾਰਾਜ ਤੇ ਹਰ ਕਿਸੇ ਨੂੰ ਆਉਂਦੀ ਹੈ, ਰਾਜੇ ਮਹਾਰਾਜਿਆਂ ਨੂੰ ਆਉਂਦੀ ਹੈ, ਗਰੀਬ ਅਮੀਰ ਨੂੰ ਆਉਂਦੀ ਹੈ, ਹਰ ਕਿਸੇ ਨੂੰ ਆਉਂਦੀ ਹੈ। ਬਸ ਆ ਖਿਆਲ, ਮੌਤ ਦੇ ਖਿਆਲ ਨੇ ਮਨ ਨੂੰ ਉਪਰਾਮ ਕਰ ਦਿੱਤਾ ਰਾਜ ਭਾਗ ਤੋਂ। ਸਭ ਕੁਝ ਛੱਡ ਕੇ ਉਸ ਰਸਤੇ ਤੇ ਤੁਰੇ ਜਿਸ ਰਸਤੇ ਤੇ ਮਰਨ ਨਹੀਂ ਹੈ। ਉਸ ਰਸਤੇ ਤੇ, ਉਹ ਰਸਤਾ ਕਿਹੜਾ ਹੈ? ਪਰਮਾਤਮਾ ਦੀ ਇਬਾਦਤ, ਪਰਮਾਤਮਾ ਦੀ ਬੰਦਗੀ। ਉਸ ਰਸਤੇ ਤੇ ਤੁਰੇ। ਗਣਤੀ ਗਣੀ ਨਹੀਂ ਕੋਈ ਛੂਟੈ, ਪਰ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਮੇਰਾ ਮਾਲਕ ਆਪ ਬਖਸ਼ਿਸ਼ ਕਰਕੇ, ਆਪ ਮਿਹਰ ਕਰਕੇ ਇਹ ਦਾਤ ਬਖਸ਼ਿਸ਼ ਕਰਦਾ। ਤੇ ਸਾਹਿਬ ਕਹਿੰਦੇ ਵੀ ਜੇ ਕੋਈ ਮਨੁੱਖ ਲੰਬੀ ਜ਼ਿੰਦਗੀ ਜੀਣ ਦੀ ਆਸ ਵਿੱਚ ਯਤਨਸ਼ੀਲ ਹੈ ਤੇ ਸੋਚਦਾ ਵੀ ਹੋਰ ਜੀ ਲਾਂ, ਹੋਰ ਜੀ ਲਾਂ, ਗਣਤੀ ਗਣੀ ਗਿਣਤੀਆਂ ਗਿਣਦਾ ਰਵੇ, ਹਿਸਾਬ ਕਿਤਾਬ ਲਾਉਂਦਾ ਰਵੇ। ਕੋਈ ਕਹਿੰਦਾ ਜੀ ਯੋਗਾ ਨਾਲ ਉਮਰ ਵੱਧਦੀ, ਕੋਈ ਇਹਦੇ ਨਾਲ ਵੱਧਦੀ, ਉਹਦੇ ਨਾਲ ਵੱਧਦੀ, ਕਰਦਾ ਰਹੇ ਬੰਦਾ ਯਤਨ, ਜੋ ਮਰਜ਼ੀ ਕਰ ਲੇ ਹੋਰ ਜੀਣ ਲਈ। ਕਿ ਮੌਤ ਤੋਂ ਬਚ ਜਾਏਗਾ? ਫਿਰ ਇਹਨੂੰ ਮੌਤ ਨਹੀਂ ਆਏਗੀ ਜੇ ਆਹੀ ਹਿਸਾਬ ਕਿਤਾਬ ਲਾਉਂਦਾ ਰਹੇ। ਤੇ ਸਾਹਿਬ ਕਹਿੰਦੇ ਕਾਚੀ ਗਾਗਰ ਸਰ ਪਰ ਫੂਟੇ। ਸਰ ਪਰ ਦਾ ਅਰਥ ਹੈ ਲਾਜ਼ਮੀ। ਇਹ ਜੀਵਨ ਕੱਚੀ ਗਾਗਰ ਹੈ, ਚਿਨ ਚਨੌਤ ਬਿਹਾਤ ਹੈ, ਫੂਟੇ ਘਟ ਜਿਉਂ ਪਾਣੀ। ਸਰ ਪਰ ਫੂਟੇ, ਲਾਜ਼ਮੀ ਇਹ ਗਾਗਰ ਫੁੱਟੇਗੀ। ਇਹ ਗਾਗਰ 5 ਸਾਲਾਂ 'ਚ ਫੁੱਟ ਸਕਦੀ ਹੈ, 10 ਸਾਲਾਂ 'ਚ ਫੁੱਟ ਸਕਦੀ ਹੈ, 20 ਸਾਲਾਂ 'ਚ, ਕਦੋਂ ਵੀ ਫੁੱਟ ਸਕਦੀ ਹੈ, ਫੁੱਟੇਗੀ ਲਾਜ਼ਮੀ। ਇਹ ਨਹੀਂ ਹੈ ਕਿ ਵਡੇਰੀ ਉਮਰ ਹੋ ਜਾਏ ਤੇ ਬਚ ਜਾ, ਆ ਕਰਾਂ ਤੇ ਨਾ। ਜੇ ਇਹਦੇ ਤੋਂ ਪਾਰ ਪਾਉਣਾ ਚਾਹੇ, ਪਰਮਾਤਮਾ ਦੇ ਨਾਮ ਨਾਲ ਜੁੜ ਕੇ ਇਹਦੇ ਤੋਂ ਪਾਰ ਪਾਇਆ ਜਾ ਸਕਦਾ ਹੈ। ਮੌਤ ਆਉਣ ਤੋਂ ਪਹਿਲਾਂ ਜੀਵਨ ਸਫਲ ਕਰਕੇ ਉਸ ਮੁਕਾਮ ਤੱਕ ਪਹੁੰਚਿਆ ਜਾ ਸਕਦਾ ਹੈ ਜਿਸ ਮੁਕਾਮ ਤੇ ਜੰਮਣ ਮਰਨ ਨਹੀਂ। ਇਹ ਹੋ ਸਕਦਾ ਹੈ ਕਿ ਸਰੀਰ ਦੇ ਮੜੀਆਂ 'ਚ, ਸਰੀਰ ਦੇ ਕਬਰ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਪਰਮਾਤਮਾ ਤੱਕ ਪਹੁੰਚ ਜਾਏ। ਇਹ ਤੇ ਹੋ ਸਕਦਾ ਹੈ। ਇਹ ਹੋਏਗਾ ਉਹਦੀ ਬੰਦਗੀ ਨਾਲ, ਉਹਦੀ ਯਾਦ ਨਾਲ, ਔਰ ਮੌਤ ਨੂੰ ਹਰ ਵੇਲੇ ਚੇਤੇ ਰੱਖਣ ਨਾਲ। ਤੇ ਜੇ ਆਪ ਕੁਝ ਨਾ ਕਰੇ, ਕੋਈ ਤਰੀਕਾ ਨਹੀਂ ਹੈ ਬੰਦਾ ਮੌਤ ਤੋਂ ਬਚ ਜਾਏ, ਕੋਈ ਤਰੀਕਾ ਨਹੀਂ। ਰਾਜਾ, ਭਿਖਾਰੀ, ਗਰੀਬ, ਅਮੀਰ, ਸੁਖੀ, ਦੁਖੀ, ਸਭ ਨੇ ਮਰਨਾ। ਆਖਰੀ ਪੰਕਤੀਆਂ 'ਚ ਪਾਤਸ਼ਾਹ ਜੀ ਨੇ ਕਮਾਲ ਕਰਤੀ। ਸੋ ਜੀਵਤ, ਜੀਂਦਾ ਕੌਣ ਹੈ? ਉਹ ਨਹੀਂ
ਜਿਹਦੇ ਕੋਲ ਮਾਇਆ ਬੜੀ ਹੈ, ਧਨ ਬਹੁਤ ਹੈ, ਨਾ ਮਹਾਰਾਜ ਇਹਨੂੰ ਜੀਵਨ ਨਹੀਂ ਮੰਨਦੇ। ਮਹਾਰਾਜ ਕਹਿੰਦੇ ਜੀਂਦਾ ਉਹ ਹੈ ਗੁਰੂ ਦੀ ਨਜ਼ਰ ਵਿੱਚ ਜਿਸ ਜੀਵਤ ਜਪਿਆ, ਜਿਹਨੇ ਜੀਂਦੇ ਜੀ ਪਰਮਾਤਮਾ ਨੂੰ ਜਪ ਲਿਆ। ਜਿਹਨੇ ਜੀਂਦੇ ਜੀ ਜਪ ਲਿਆ ਉਹ ਮਰੇਗਾ ਨਹੀਂ, ਅਮਰ ਹੋ ਜਾਏਗਾ। ਕੀ ਪੜ੍ਹਦੇ ਆ? ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਉਹ ਬ੍ਰਹਮ ਗਿਆਨੀ ਕੌਣ ਹੈ? ਉਹ ਕੋਈ ਵੀ ਹੋ ਸਕਦਾ, ਜਿਹਨੇ ਜਪਿਆ ਕੋਈ ਵੀ ਹੋ ਸਕਦਾ ਹੈ, ਉਹ ਹਮੇਸ਼ਾ ਜੀਂਦਾ। ਔਰੰਗਜ਼ੇਬ ਦਾ ਖਿਆਲ ਸੀ ਨਾ ਕਿ ਮੈਂ ਭਾਈ ਮਤੀ ਦਾਸ ਨੂੰ ਮਾਰ ਲਵਾਂ, ਭਾਈ ਸਤੀ ਦਾਸ ਜੀ ਨੂੰ, ਭਾਈ ਦਿਆਲਾ ਜੀ ਨੂੰ ਮਾਰ ਲਵਾਂ। ਉਹਨੇ ਆਪਣੇ ਵੱਲੋਂ ਤੇ ਮਾਰਿਆ ਨਾ। ਇਹ ਅਦਬ ਤੇ ਸਤਿਕਾਰ ਸਾਡੇ ਮਨ 'ਚ ਅਸੀਂ ਸ਼ਹੀਦ ਕਹਿੰਦੇ ਹਾਂ। ਸ਼ਹੀਦਾ ਅਰਥ ਗਵਾਹ, ਅਸੀਂ ਅਦਬ ਦਿੰਦੇ ਹਾਂ। ਔਰੰਗਜ਼ੇਬ ਦੇ ਤੇ ਮਨ 'ਚ ਕੋਈ ਅਦਬ ਨਹੀਂ ਸੀ ਨਾ, ਉਹਨੇ ਤੇ ਆਪਣੇ ਵੱਲੋਂ ਮਾਰਿਆ। ਤੇ ਕੀ ਇਹ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਔਰੰਗਜ਼ੇਬ ਦੇ ਯਤਨ ਨਾਲ ਸਰੀਰ ਦੇ ਮਰਨ ਕਰਕੇ ਕੀ ਉਹ ਮਰ ਗਏ? ਨਹੀਂ ਮਰੇ, ਨਹੀਂ ਮਰੇ। ਰਹਿੰਦੀ ਦੁਨੀਆ ਤੱਕ ਲਈ ਉਹ ਅਮਰ ਹੋ ਗਏ, ਰਹਿੰਦੀ ਦੁਨੀਆ ਤੱਕ ਲਈ। ਕਿਉਂ ਹੋ ਗਏ? ਜੇ ਜੀਵਤ ਜਪਿਆ, ਉਹਨਾਂ ਨੇ ਜੀਂਦੇ ਜੀ ਜਪ ਲਿਆ। ਇਸੇ ਲਈ ਉਹ ਸ਼ਹੀਦਾਂ ਦੇ ਮਹਾਨ ਸ਼ਹੀਦ ਗਿਣੇ ਜਾਂਦੇ। ਬਚਣ ਦਾ ਰਸਤਾ ਸੀ, ਕੋਈ ਸ਼ਰਤਾਂ ਸੀ, ਜੀਵਨ ਬਚ ਸਕਦਾ ਸੀ, ਪਰ ਮਕਸਦ ਜੀਵਨ ਬਚਾਉਣ ਦਾ ਨਹੀਂ ਹੈ, ਮਕਸਦ ਜੀਵਨ ਨੂੰ ਸਫਲ ਬਣਾਉਣ ਦਾ ਹੈ। ਜੇ ਔਰੰਗਜ਼ੇਬ ਦੇ ਕਹੇ ਹੋਏ ਰਸਤੇ ਤੇ ਚੱਲ ਕੇ ਜੀਵਨ ਬਚ ਜਾਏ ਤੇ ਉਹ ਬਚਿਆ ਹੋਇਆ ਜੀਵਨ ਨਹੀਂ ਅਖਵਾਏਗਾ, ਉਸ ਜੀਵਨ ਨੂੰ ਤੇ ਲਾਹਨਤ ਹੈ, ਉਸ ਜੀਵਨ ਨੂੰ ਤੇ ਤਰਕਾਰ ਹੈ। ਜੇ ਗੁਰੂ ਤੋਂ ਬੇਮੁਖ ਹੋ ਕੇ ਜੀਵੀਏ ਤੇ ਉਹ ਜੀਵਨ ਨਹੀਂ ਚਾਹੀਦਾ। 4 ਦਿਨਾਂ ਦੀ ਜ਼ਿੰਦਗੀ ਨਹੀਂ ਚਾਹੀਦੀ। ਮਰਨਾ ਤੇ ਬਾਅਦ ਵੀ ਹੈ ਨਾ, ਮਰਨਾ ਤੇ ਫਿਰ ਵੀ ਹੈ। ਉਹ ਜ਼ਿੰਦਗੀ ਨਹੀਂ ਚਾਹੀਦੀ। ਜੀਵਨ ਸਫਲ ਕਰਨਾ ਹੈ ਤੇ ਗੁਰੂ ਦੇ ਹੋ ਕੇ ਮਰਨਾ ਹੈ। ਤੇ ਜਿਹੜਾ ਗੁਰੂ ਦਾ ਹੋ ਕੇ ਮਰਿਆ, ਉਹ ਮਰਿਆ ਨਹੀਂ, ਉਹ ਰਹਿੰਦੀ ਦੁਨੀਆ ਤੱਕ ਲਈ ਅਮਰ ਹੋ ਗਿਆ। ਸੋ ਜੀਵਤ ਜੀਵਿਆ ਹੋ, ਜੀਂਦਾ ਹੋ ਜੇ ਜੀਵਤ ਜਪਿਆ। ਜਿਹਨੇ ਜੀਂਦੇ ਜੀ ਜਪ ਲਿਆ ਤੇ ਜਿਹਨੇ ਜਪਿਆ ਨਾ, ਫਿਰ ਆ ਦੇਖੋ ਕਮਾਲ ਦਾ ਗੁਣ। ਜਿਹਨੇ ਜਪਿਆ ਉਹਨੂੰ ਕੋਈ ਦਿਖਾਵਾ ਕਰਨ ਦੀ ਲੋੜ ਨਹੀਂ ਕਿ ਮੈਂ ਜਪਦਾ। ਆ ਵੀ ਬੜੀ ਕਮਾਲ ਦੀ ਇੱਕ ਮਹਾਰਾਜ ਜੀ ਨੇ ਜੁਗਤ ਦੱਸੀ। ਜਿਹੜਾ ਜਪਦਾ ਨਾ, ਉਹਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਦੀਵੇ ਨੂੰ ਦੱਸਣ ਦੀ ਲੋੜ ਨਹੀਂ। ਮੇਰੇ ਕੋਲ ਪ੍ਰਕਾਸ਼ ਹੈ, ਉਹ ਬੋਲਦਾ ਨਹੀਂ, ਉਹਦੇ ਪ੍ਰਕਾਸ਼ ਤੋਂ ਹੀ ਪਤਾ ਲੱਗ ਜਾਂਦਾ ਹੈ। ਫੁੱਲ ਕਿਸੇ ਨੂੰ ਬੋਲ ਕੇ ਨਹੀਂ ਦੱਸਦਾ ਮੇਰੇ ਕੋਲ ਖੁਸ਼ਬੂ ਹੈ, ਨਹੀਂ ਦੱਸਦਾ। ਉਹਦੇ ਕੋਲ ਖੁਸ਼ਬੂ ਹੈ, ਆਪਣੇ ਆਪ ਪਤਾ ਲੱਗ ਜਾਂਦਾ ਹੈ। ਜਿਹਦੇ ਅੰਦਰ ਕੋਈ ਰੱਬ ਦੇ ਨਾਮ ਦੀ ਚਿਣਗ ਕਣੀ ਹੋਏਗੀ ਨਾ, ਮਰ ਕਹਿੰਦੇ ਉਹ ਲੁਕਿਆ ਨਹੀਂ ਰਹੇਗਾ। ਬਚਨ ਪੜੋ। 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹਿ ਛਪੈ। ਉਹ ਆਪਣੇ ਆਪ ਨੂੰ ਜਿੰਨਾ ਮਰਜ਼ੀ ਛਪਾਉਣਾ ਚਾਹਵੇ, ਉਹ ਛੁਪੇਗਾ ਨਹੀਂ। ਦੂਸਰਾ ਪੱਖ, ਇਹਦਾ ਦੂਸਰਾ ਪੱਖ ਵੀ ਹੈ। ਅਨਕ ਪੜਦੇ ਮੈਂ ਕਮਾਵੇ ਵਿਕਾਰ। ਉਹਲੇ ਪੜਦੇ ਵਿੱਚ ਪਾਪ ਕਰੇ, ਬੁਰਾਈਆਂ ਕਰੇ, ਠੱਗੀਆਂ ਮਾਰੇ, ਝੂਠ ਬੋਲੇ, ਜੋ ਦੁਨੀਆ ਦੇ ਨੀਚ ਕਰਮ ਨੇ ਉਹ ਕਰੇ, ਤੇ ਦੁਨੀਆ ਦੇ ਸਾਹਮਣੇ ਸੱਚਾ ਸੁੱਚਾ ਬਣੇ। ਤੇ ਉਹਦੇ ਆਪਣੇ ਸੱਚਾ ਸੁੱਚਾ ਬਣ ਕੇ ਦਿਖਾਉਣ ਨਾਲ ਉਹਨੇ ਸੱਚਾ ਸੁੱਚਾ ਨਹੀਂ ਹੋ ਜਾਣਾ। ਅਨਕ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਜਿੰਨਾ ਮਰਜ਼ੀ ਬੰਦਾ ਲੁਕ ਕੇ ਪਾਪ ਕਰੇ, ਉਹ ਵੀ ਇੱਕ ਦਿਨ ਪ੍ਰਗਟ ਹੋ ਜਾਣਗੇ। ਜਿਹੜਾ ਵਾਹਿਗੁਰੂ ਨੂੰ ਜਪੇ, ਰੱਬ ਰੱਬ ਕਰੇ, ਜਿੰਨਾ ਮਰਜ਼ੀ ਲੁਕ ਕੇ ਕਰ ਲੇ ਭਾਵੇਂ ਦੁਨੀਆ ਤੋਂ, ਉਹ ਪ੍ਰਗਟ ਹੋ ਹੀ ਜਾਏਗਾ। ਪ੍ਰਗਟ ਭਏ ਨਾਨਕ ਨਹੀਂ ਛਪਿਆ। ਉਹ ਛਪਣਗੇ ਨਹੀਂ, ਉਹ ਪ੍ਰਗਟ ਹੋ ਜਾਣਗੇ ਦੁਨੀਆ ਤੇ, ਜਿਨ੍ਹਾਂ ਨੇ ਜਪਿਆ। ਤੇ ਜਿਨ੍ਹਾਂ ਨਹੀਂ ਜਪਿਆ, ਉਹਨਾਂ ਦੀ ਹਾਲਤ ਭਾਈ ਗੁਰਦਾਸ ਸਾਹਿਬ ਕਹਿੰਦੇ, ਜੈਸੇ ਮਧੁਮਾਖੀ ਸੀਚ ਸੀਚ ਕੇ ਕਤਰ ਕਰੇ, ਹਰੇ ਮਧੂ ਆਏ ਤਾਂ ਕਿ ਮੁਖ ਛਾਰ ਡਾਰ ਕੇ।
ਬੂੰਦ ਬੂੰਦ ਕਿਣਕਾ ਕਿਣਕਾ ਕਰਕੇ ਇਕੱਠਾ ਕਰਦੀ ਰਹੀ ਮਧੂ ਮੱਖੀ ਸ਼ਹਿਦ ਦਾ ਛੱਤਾ ਬਣਿਆ। ਕੋਈ ਹੋਰ ਆਇਆ ਤੇ ਸ਼ਹਿਦ ਲਾ ਕੇ ਕੋਈ ਲੈ ਗਿਆ, ਇਹਦੇ ਹੱਥ ਨਾ ਆਇਆ। ਜੈਸੇ ਬਾਸ਼ੇ ਹੇਤ ਗਊ ਸਿੰਚਤ ਹੈ ਖੀਰ, ਦੋਏ ਲੇਤ ਐ ਹੀਰ ਬਛਰੇ ਬਿਡਾਰ ਕੇ। ਗਾਂ ਦੇ ਥਣਾ ਨੂੰ ਵੱਛਾ ਕੇ ਲੱਗਾ, ਗਾਂ ਬੜੀ ਪਰੇਸ਼ਾਨ ਹੋਈ, ਪਸਮ ਗਈ। ਉਹਨੂੰ ਪਸਮਣਾ ਕਹਿੰਦੇ ਆ। ਗਾਂ ਮੱਝ ਦੇ ਥਣ ਵਿੱਚ ਹਰ ਵੇਲੇ ਦੁੱਧ ਨਹੀਂ ਹੁੰਦਾ, ਹਰ ਵੇਲੇ ਨਹੀਂ ਹੁੰਦਾ। ਜਦੋਂ ਬੱਚਾ ਆ ਕੇ ਲੱਗਦਾ ਨਾ, ਮਾਂ ਪਿਆਰ ਵਿੱਚ ਆਉਂਦੀ ਹੈ, ਲਾਡ ਵਿੱਚ ਆਉਂਦੀ ਹੈ, ਬੱਚੇ ਨੂੰ ਚੱਟਦੀ ਹੈ, ਤਾਂ ਉਹਦੇ ਥਣਾ 'ਚ ਦੁੱਧ ਆਉਂਦਾ, ਉਹਨੂੰ ਕਹਿੰਦੇ ਪਸਮਣਾ, ਪਸਮ ਗਈ। ਕਿ ਜਿਵੇਂ ਥਣਾ 'ਚ ਦੁੱਧ ਆਇਆ, ਬੱਚੇ ਨੂੰ ਪਰੇ ਬੰਨ੍ਹਤਾ ਤੇ ਦੁੱਧ ਚੋ ਕੇ ਕੋਈ ਲੈ ਗਿਆ। ਤੀਸਰੀ ਉਦਾਹਰਣ, ਜੈਸੇ ਤਰ ਖੋਦ ਖੋਦ ਕਰ ਬਿਲ ਸਾਜੈ ਮੂਸਾ। ਚੂਹਾ ਜਿਹੜਾ ਨਾ, ਚੂਹਾ ਉਹ ਖੁੱਡ ਬੜੀ ਕਮਾਲ ਦੀ ਕੱਢਦਾ। ਤੁਸੀਂ ਵੇਖਦੇ ਆ ਸ਼ਹਿਰਾਂ 'ਚ ਵੀ ਨਹੀਂ ਆ, ਲੱਕੜੀ ਟੁੱਕ ਦਿੰਦਾ, ਪਲਾਸਟਿਕ ਟੁੱਕ ਦਿੰਦਾ। ਉਹ ਧਰਤੀ 'ਚ ਨਾ ਖੁੱਡ ਵੀ ਬੜੀ ਕਮਾਲ ਦੀ ਕੱਢਦਾ, ਡੂੰਘੀ ਤੋਂ ਡੂੰਘੀ ਖੁੱਡ ਕੱਢਦਾ। ਤੇ ਸੱਪ ਨੇ ਕਦੀ ਖੁੱਡ ਨਹੀਂ ਕੱਢੀ। ਰਹਿੰਦਾ ਸੱਪ ਵੀ ਖੁੱਡਾਂ 'ਚ, ਪਰ ਸੱਪ ਨੇ ਨਹੀਂ ਕੱਢੀ। ਚੂਹੇ ਨੇ ਖੁੱਡ ਕੱਢੀ ਤੇ ਵਿੱਚ ਜਾ ਕੇ ਟੌਰ ਨਾਲ ਬਹਿ ਗਿਆ। ਉਧਰੋਂ ਸੱਪ ਆ ਗਿਆ ਵਿੱਚ ਬਣੀ ਬਣਾਈ ਖੁੱਡ 'ਚ। ਤੇ ਚੂਹੇ ਨੇ ਕਿਹਾ, ਤੂੰ ਕੌਣ? ਤੇ ਸੱਪ ਕਹਿੰਦਾ, ਲੈ ਮੈਂ ਕੌਣ, ਤੂੰ ਮੈਨੂੰ ਨਹੀਂ ਜਾਣਦਾ? ਭਾਈਆ ਜੀ, ਮੈਂ ਇਸ ਖੁੱਡ ਦਾ ਮਾਲਕ ਹਾਂ, ਤੂੰ ਮੈਨੂੰ ਪੁੱਛਦਾ ਮੈਂ ਕੌਣ? ਮੈਂ ਮਾਲਕ ਹਾਂ। ਉਹ ਆਂਦਾ, ਲੈ ਤੂੰ ਮਾਲਕ ਕਿੱਦਾਂ ਹੋ ਗਿਆ? ਖੁੱਡ ਤੇ ਮੈਂ ਕੱਢੀ, ਮਾਲਕ ਤੇ ਮੈਂ ਆ। ਉਹਨੇ ਕਿਹਾ, ਫਿਰ ਥੋੜਾ ਨੇੜੇ ਹੋ ਜਰਾ, ਤੈਨੂੰ ਮੈਂ ਦੱਸਣਾ। ਚੂਹਾ ਜਿਵੇਂ ਨੇੜੇ ਹੋਇਆ, ਆਪਣੀ ਮਲਕੀਅਤ ਦਾ ਹੱਕ ਜਤਾਉਣ ਨੂੰ ਸੱਪ ਨੇ ਲਵੇਟਿਆ ਤੇ ਖਾ ਗਿਆ। ਚੂਹੇ ਨੂੰ ਭੋਜਨ ਬਣਾ ਲਿਆ ਤੇ ਖੁੱਡ ਦਾ ਮਾਲਕ ਆ ਬਣ ਕੇ ਟੌਰ ਨਾ ਬਹਿ ਗਿਆ। ਜੈਸੇ ਤਰ ਖੋਦ ਖੋਦ ਕਰ ਬਿਲ ਸਾਜੇ ਮੂਸਾ। ਮੂਸਾ ਮਾਨੇ ਚੂਹਾ। ਪੈਸਤ ਸਰਪ ਧਾਏ ਖਾਏ ਤਾਏ ਮਾਰ ਕੇ। ਤੇ ਇੱਥੇ ਗੱਲ ਗਾਂ ਦੀ ਨਹੀਂ, ਇੱਥੇ ਗੱਲ ਚੂਹੇ ਦੀ ਨਹੀਂ, ਇੱਥੇ ਗੱਲ ਮਧੂ ਮੱਖੀ ਦੀ ਨਹੀਂ। ਇਹਦੇ ਤੇ ਸਾਡੇ ਲਈ ਉਦਾਹਰਣਾਂ ਨੇ। ਤੈਸੇ ਪਾਪ ਕਰ ਕਰ ਮਾਇਆ ਜੋੜ ਜੋੜ ਮੂੜ। ਮੂਰਖਾ, ਪਾਪ ਕਰ ਕਰਕੇ, ਬੇਈਮਾਨੀਆਂ ਕਰ ਕਰਕੇ, ਧਰਮ ਦੇ ਨਾਂ ਤੇ, ਧਰਮ ਦੇ ਨਾਂ ਦਾ ਦਿਖਾਵਾ ਬਣ ਕੇ, ਧਰਮੀ ਬਣ ਕੇ ਲੋਕਾਂ ਨੂੰ ਦਿਖਾ ਦਿਖਾ ਕੇ ਮਾਇਆ ਇਕੱਠੀ ਕਰਦਾ ਨਾ। ਮਕਸਦ ਕੀ ਹੈ? ਮਕਸਦ ਤਾਂ ਪੈਸੇ ਦਾ ਹੀ ਨਾ, ਇਕੱਠੀ ਕਰਦਾ, ਪੈਸੇ ਦਾ ਮਕਸਦ, ਹੋਰ ਤਾਂ ਕੁਝ ਨਹੀਂ। ਤੇ ਹੋਣਾ ਕੀ ਹੈ? ਇਹਦਾ ਰਿਜ਼ਲਟ ਕੀ ਨਿਕਲਣਾ? ਅੰਤ ਕਾਲ ਛੋੜ ਚੱਲੇ ਦੋ ਹੱਥ ਝਾੜ ਕੇ। ਤੇ ਜਦੋਂ ਸਮਾਂ ਆਇਆ ਨਾ, ਜੂਏ ਖਾਨੇ ਵਿੱਚ ਹਾਰੇ ਹੋਏ ਜੁਆਰੀ ਨੂੰ ਸਾਰਾ ਕੁਝ ਛੱਡ ਕੇ, ਹੱਥ ਝਾੜ ਕੇ ਦੁਨੀਆ ਤੋਂ ਜਾਣਾ ਪਏਗਾ। ਬਹੁਤ ਆਜ਼ਾਦ ਦੁਨੀਆ ਤੋਂ ਇਸੇ ਤਰ੍ਹਾਂ ਲੋਕ ਜਾ ਰਹੇ ਨੇ। ਜਾਣਾ ਸਭ ਨੇ, ਇਹ ਸੱਚਾਈ ਹੈ। ਪਰ ਜਾਣ ਤੋਂ ਪਹਿਲਾਂ ਜੀਵਨ ਸਫਰ ਕਰ ਲੈਣਾ, ਇਹ ਜੀਵਨ ਦਾ ਮੰਤਵ ਹੈ, ਇਹ ਜੀਵਨ ਦਾ ਮਕਸਦ ਹੈ। ਜੀਵਨ ਦਾ ਮਕਸਦ ਉਹ ਨਹੀਂ ਜੋ ਆਪਾਂ ਸਮਝੀ ਬੈਠੇ ਹਾਂ। ਪਰਿਵਾਰ ਦੀਆਂ ਜ਼ਿੰਮੇਦਾਰੀਆਂ ਨੇ, ਆਹ ਕਰ ਲਓ, ਕਰ ਲਓ, ਕਰ ਲਓ। ਉਹ ਉਹਨਾਂ ਕੁ ਕਰਨਾ ਜਿੰਨੀ ਕੁ ਲੋੜ ਹੈ। ਤੇ ਦੂਸਰੀ ਗੱਲ, ਲੋੜਾਂ ਦੀ ਪੂਰਤੀ ਕਰਨ ਵਾਲਾ ਵਾਹਿਗੁਰੂ ਹੈ। ਜਿਹਨੇ ਜੀਵਨ ਦਿੱਤਾ ਨਾ, ਲੋੜਾਂ ਦੀ ਪੂਰਤੀ ਕਰਨ ਵਾਲਾ ਉਹ ਹੈ। ਜੇ ਆਪਾਂ ਇਸ ਖਿਆਲ ਵਿੱਚ ਰਹੀਏ ਕਿ ਮੈਂ ਧੀਆਂ ਪੁੱਤਾਂ ਲਈ ਕਰ ਰਿਹਾ ਤਾਂ ਉਹਨਾਂ ਨੂੰ ਰੋਟੀ ਮਿਲਦੀ ਹੈ, ਇਹ ਸਾਡੀ ਅਗਿਆਨਤਾ ਹੈ। ਜਿੱਦਣ ਸਾਡੀਆਂ ਅੱਖਾਂ ਬੰਦ ਹੋ ਗਈਆਂ, ਰੋਟੀ ਉਦਣ ਵੀ ਉਹਨਾਂ ਨੂੰ ਮਿਲੇਗੀ, ਉਦਣ ਵੀ ਮਿਲੇਗੀ। ਕਿਉਂ? ਕਿ ਰਾਜ਼ਕ ਰਹਿੰਦ ਹੈ ਕਿ ਰੋਜ਼ੀ ਦੇਹੰਦ ਹੈ। ਰਿਜ਼ਕ ਰੋਜੀ ਦੇਣ ਵਾਲਾ ਕੋਈ ਮਨੁੱਖ ਨਹੀਂ। ਰਿਜ਼ਕ ਰੋਜੀ ਦੇਣ ਵਾਲਾ ਆਪਣੇ ਧੀਆਂ ਪੁੱਤਾਂ ਨੂੰ ਵੀ ਤੂੰ ਨਹੀਂ। ਜਿਸ ਪਰਮਾਤਮਾ ਨੇ ਜੀਵਨ ਦਿੱਤਾ ਹੈ, ਰਿਜ਼ਕ ਰੋਜੀ ਦੇਣ ਵਾਲਾ ਉਹ ਹੈ, ਉਹ ਹੈ। ਇਸ ਝੂਠੇ ਖਿਆਲ ਵਿੱਚ ਜੀਂਦੇ ਜਾਣਾ, ਹੋਰ ਜੀ ਲਾਂ ਇਹ ਆਸ ਕਰਨੀ। ਤੇ ਇਸੇ ਖਿਆਲ ਵਿੱਚ, ਇਸੇ ਆਸ ਵਿੱਚ, ਹੋਰ ਦੇ ਖਿਆਲ ਵਿੱਚ ਜ਼ਿੰਦਗੀ ਦੇ ਕਈ ਸਾਲ ਜੀ ਕੇ ਤੇ ਜ਼ਿੰਦਗੀ ਵਿਅਰਥ ਗਵਾ ਕੇ, ਸਾਕਤ ਬਣ ਕੇ, ਬਿਰਥੀ ਸਾਕਤ ਕੀ ਆਰਜਾ, ਜੀਵਨ ਵਿਅਰਥ ਕਰਕੇ ਦੁਨੀਆ ਤੋਂ ਤੁਰ ਜਾਣਾ, ਇਹ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਣਾ। ਮੜੀਆਂ 'ਚ ਜਾਣ ਤੋਂ ਪਹਿਲਾਂ, ਕਬਰਾਂ ਵਿੱਚ ਜਾਣ ਤੋਂ ਪਹਿਲਾਂ
ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ ਕੇ, ਮੌਤ ਨੂੰ ਚੇਤੇ ਰੱਖ ਕੇ, ਨੇਕ ਕਰਮ ਕਰਕੇ, ਨੇਕ ਕਰਮ ਇਨਸਾਨ ਨੂੰ ਪਾਰ ਕਰਦੇ, ਵਧੀਆਂ ਕਰਨ ਤੇ ਲਾਹਨਤਾਂ ਪੈਂਦੀਆਂ ਨੇ। ਚਿੱਟੇ ਕੱਪੜੇ ਨੂੰ ਜਿੱਥੇ ਦਾਗ ਲੱਗ ਜਾਏ ਉੱਥੇ ਉੱਡ ਉੱਡ ਮੱਖੀਆਂ ਬਹਿੰਦੀਆਂ ਨੇ। ਭਲਿਆਂ ਪੁਰਸ਼ਾਂ ਦਾ ਕਰਦੀ ਹੈ ਜਸ ਦੁਨੀਆ, ਫਿਟਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ। ਨੇਕ ਕਰਮ, ਤੇ ਜਿਹੜਾ ਨੇਕ ਕਰਮ ਕਰਕੇ, ਗੁਰੂ ਗੁਰੂ ਕਰਕੇ, ਮੌਤ ਨੂੰ ਹਰ ਵੇਲੇ ਚੇਤੇ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਜਾਂਦਾ ਹੈ, ਉਹਦਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।